बीजेपी ਉਹੀ ਰੱਟ ਤੇ ਅੜੀ ਹੋਈ ਆ ਉਹੀ ਗੱਲ ਤੇ ਅੜੀ ਹੋਈ ਆ ਕਿ ਜੋ ਅਸੀਂ ਕੀਤਾ ਉਹ ਸਹੀ ਕੀਤਾ। ਉਹਨਾਂ ਨੂੰ ਇਹ ਨਹੀਂ ਦਿਸਦਾ ਵੀ ਕਿਸੇ ਕਿਸਾਨ ਨੇ ਤੁਹਾਡੇ ਇਸ ਕਾਨੂੰਨਾਂ ਨੂੰ ਕਦੇ ਵੀ ਸ਼ਲਾਘਾ ਕੀਤੀ ਆ। ਹੁਣ ਇੱਕ ਨਵਾਂ ਉਹਨਾਂ ਨੇ ਬਿਆਨ ਦਿੱਤਾ ਆ, ਉਹ ਕਹਿੰਦੇ ਵੀ ਭੀੜ ਇਕੱਠੀ ਕਰਨ ਨਾਲ ਕਾਨੂੰਨ ਕਦੇ ਵਾਪਸ ਨਹੀਂ ਹੁੰਦੇ। ਭੀੜ ਤੋਂ ਡਰਦੇ ਤੁਹਾਡੇ ਪਸੀਨੇ ਕਿਉਂ ਛੁੱਟ ਰਹੇ ਆ, ਇਹ ਵੀ ਇੱਕ ਸਵਾਲ ਆ। हर वेले कहते रहते ना हमें तो गरीबी हटाना है। जिस तरीके नाल ये काम कर रहे हैं मैं तो लगता गरीब हटाने वाल ज़्यादा जा रहे हैं। गरीबी घट तो गरीबों को कहते भी खत्म कर दी। पंजाबी नैशनल टीवी के प्रोग्राम विचार चर्चा च आप सब दर्शकों का स्वागत। अज के प्रोग्राम जिहड़े मुद्दे विचारने ने उन्हां 'च है बीजेपी आगूआं ने की मता पास किया, खेती मंत्री ने फिर की किया, कैप्टन अमरिंदर सिंह ने अपने बयान ते लिया यू टर्न ते पेट्रोल नूं लगी अग। इन्हां मुद्दिआं तो इलावा होर मुद्दे भी विचारांगे ते विचारन लई साडे कोल माहिर मेहमान मौजूद ने अवतार सिंह शेरगिल जी। अवतार जी तुहाडा बहुत बहुत स्वागत अज के प्रोग्राम। धन्यवाद जी। ਅੱਜ ਦੇ ਪਹਿਲੇ ਮੁੱਦੇ ਦੀ ਗੱਲ ਕਰੀਏ ਤੇ ਬੀਜੇਪੀ ਆਗੂਆਂ ਨੇ ਮਤਾ ਪਾਸ ਕੀਤਾ ਹੈ। ਬੀਜੇਪੀ ਨੇ ਕਿਹੜਾ ਮਤਾ ਪਾਸ ਕੀਤਾ ਹੈ? ਭਾਜਪਾ ਦੇ ਨਵੇਂ ਜਿਹੜੇ ਅਹੁਦੇਦਾਰ ਚੁਣੇ ਗਏ ਸੀ ਉਹਨਾਂ ਦੀ ਇੱਕ ਮੀਟਿੰਗ ਰੱਖੀ ਗਈ ਸੀ, ਪਰ ਕਿਹਾ ਇਹ ਜਾਂਦਾ ਸੀ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ 5 ਰਾਜਾਂ 'ਚ ਚੋਣਾਂ ਹੋਣੀਆਂ ਜੀ, ਉਹਦੇ ਸੰਬੰਧ 'ਚ ਮੰਥਨ ਕੀਤਾ ਜਾਣਾ ਆ। ਉਹਦੇ ਸੰਬੰਧ 'ਚ ਰਣਨੀਤੀ ਤਿਆਰ ਕੀਤੀ ਜਾਣੀ ਆ, ਗਰਾਊਂਡ ਲੈਵਲ ਤੋਂ ਲੈ ਕੇ ਉੱਪਰਲੇ ਪੱਧਰ ਤੱਕ। ਫਿਰ ਉਸ ਚੋਣਾਂ ਨੂੰ ਜਿੱਤਣ ਲਈ ਕੀ ਤਿਆਰੀ ਕੀਤੀ ਆ, ਕਿਵੇਂ ਕਰਨੀ ਆ, ਉਹਦੇ ਬਾਬਤ ਸਾਰੀ ਮੀਟਿੰਗ ਹੋਣੀ ਸੀ। ਨਵੇਂ ਅਹੁਦੇਦਾਰ ਜਿਹੜੇ ਸੀਗੇ ਉਹ ਸਾਰੇ ਸ਼ਾਮਲ ਕੀਤੇ ਸੀਗੇ ਜੀ। ਅਗਵਾਈ ਕੀਤੀ ਸੀ ਇਹਦੀ ਭਾਜਪਾ ਦੇ ਪ੍ਰਧਾਨ ਕੌਮੀ ਜਿਹੜੇ ਆ JP ਨੱਡਾ ਸਾਹਿਬ ਨੇ। ਉਹਨਾਂ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਸ਼ਾਮਲ ਹੋਏ ਆ, ਸੰਬੋਧਨ ਵੀ ਕੀਤਾ ਜੀ। ਮਤਾ ਇਹ ਪਾਸ ਕੀਤਾ ਵੀ ਜਿਹੜਾ ਖੇਤੀ ਸੁਧਾਰਾਂ ਦੀ ਗੱਲ ਲੈ ਕੇ ਸਰਕਾਰ ਚੱਲੀ ਆ, ਖੇਤੀ ਸੁਧਾਰ ਵੱਲ ਕਦਮ ਪੁੱਟ ਰਹੀ ਆ, ਪੁੱਟੇ ਹੋਏ ਆ। ਖਾਸ ਗੱਲ ਜਿਹੜੇ ਕਦਮ ਪੁੱਟਿਆਂ ਦੇ ਵਿੱਚ ਆਉਂਦੀ ਆ ਵੀ ਖੇਤੀ ਕਾਨੂੰਨ ਜਿਹੜੇ ਬਣਾਏ ਆ ਉਹ ਸਰਕਾਰ ਨੇ ਬਹੁਤ ਵਧੀਆ ਬਣਾਏ ਆ, ਕਿਸਾਨਾਂ ਦੇ ਭਲੇ ਲਈ ਬਣਾਏ ਆ, ਕਿਸਾਨਾਂ ਦੇ ਫਾਇਦੇ ਲਈ ਬਣਾਏ ਆ, ਲਾਭਕਾਰੀ ਆ। ਉਹਨੂੰ ਲੈ ਕੇ ਪਲੱਸ ਜਿਹੜਾ ਕਰੋਨਾ ਕਾਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਨਾਲ ਇਸ ਸਮੱਸਿਆ ਨਾਲ ਜਾਂ ਇਸ ਮਹਾਮਾਰੀ ਨਾਲ ਨਜਿੱਠਿਆ ਗਿਆ, ਉਹਦੀ ਸਲਾਹਨਾ ਕਰਨੀ ਸੀ, ਉਹਦੀ ਸਰਾਹਨਾ ਕਰਨੀ ਸੀਗੀ ਤੇ ਪ੍ਰਧਾਨ ਮੰਤਰੀ ਦੀ ਉਹਦੇ ਵਿੱਚ ਸ਼ਲਾਘਾ ਬਣਦਿਆਂ ਉਹ ਕਰਦਿਆਂ ਦੋਨਾਂ ਨੂੰ ਇਕੱਠਿਆਂ ਇਹ ਮਤਾ ਪਾਸ ਕੀਤਾ ਗਿਆ ਕਿ ਜੋ ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਕੀਤਾ ਉਹ ਵੀ ਠੀਕ ਸੀ, ਜੋ ਖੇਤੀ ਕਾਨੂੰਨ ਬਣਾਏ ਆ ਉਹ ਵੀ ਵਧੀਆ ਬਣਾਏ ਆ, ਜਿਹੜਾ COVID-19 ਨਾਲ ਨਜਿੱਠਿਆ ਗਿਆ ਸਰਕਾਰ ਨੇ ਨਜਿੱਠਿਆ, ਲੋਕਾਂ ਦੀ ਰਾਹਤ ਦਿੱਤੀ ਆ, ਜੋ ਵੀ ਕੀਤਾ ਆ ਉਹ ਸਹੀ ਕੀਤਾ ਆ। ਇਹ ਕੋਈ ਨਵੀਂ ਗੱਲ ਨਹੀਂ ਹੈਗੀ ਆ। ਭਾਜਪਾ ਦੇ ਆਗੂ ਭਲਾ ਆਪਣੇ ਸਰਕਾਰ ਤੋਂ ਕਿਵੇਂ ਉਲਟ ਬਿਆਨ ਦੇਣਗੇ, ਉਹ ਵੱਖਰਾ ਕਿਵੇਂ ਜਾਣਗੇ ਜਦੋਂ ਸਰਕਾਰ ਹੀ ਉਹਨਾਂ ਦੀ ਬਾਰ-ਬਾਰ ਕਹਿ ਰਹੀ ਵੀ ਅਸੀਂ ਖੇਤੀ ਕਾਨੂੰਨ ਬਣਾਏ ਹੀ ਕਿਸਾਨਾਂ ਦੇ ਲਾਭ ਵਾਸਤੇ ਆ। ਹੁਣ ਹੌਲੀ ਤਾਂ ਉਸ ਗੱਲ ਨੂੰ ਆ ਰਹੇ ਆ ਵੀ ਛੋਟੇ ਤੇ ਜਿਹੜੇ ਆ ਦਰਮਿਆਨੇ ਕਿਸਾਨ ਆ ਉਹਨਾਂ ਨੂੰ ਇਸ ਕਾਨੂੰਨ ਦਾ ਸਭ ਤੋਂ ਵੱਧ ਲਾਭ ਹੋਊਗਾ, ਜਦ ਕਿ ਜਦੋਂ ਓਵਰਆਲ ਇਹਨੂੰ ਵਾਚਦੇ ਆ ਤੇ ਉਹਦੇ ਵਿੱਚ ਸਭ ਤੋਂ ਵੱਧ ਮਾਰ ਜਿਹੜੀ ਆ ਉਹ ਛੋਟੇ ਕਿਸਾਨਾਂ ਨੂੰ ਹੀ ਪੈਂਦੀ ਆ। ਤੇ ਪੂਰੇ ਦੇਸ਼ ਵਿੱਚ ਆਪਾਂ ਦੇਖੀਏ ਤਾਂ ਬਹੁਤਾਤ ਗਿਣਤੀ ਜਿਹੜੀ ਆ ਉਹ ਛੋਟੇ ਕਿਸਾਨਾਂ ਦੀ ਆਉਂਦੀ ਆ। 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ, ਜਿਨ੍ਹਾਂ ਨੂੰ ਇਹ ਖੇਤੀ ਕਾਨੂੰਨਾਂ ਦੀ ਮਾਰ ਬਹੁਤ ਜ਼ਿਆਦਾ ਪਊਗੀ, ਕਿਉਂਕਿ ਉਹਨਾਂ ਨੂੰ ਆਪਣੀ ਫਸਲ ਵੇਚਣ ਲਈ ਕਿੱਥੇ ਜਾਣਾ ਪਊਗਾ। ਜਿੱਦਾਂ ਇਹਨੇ ਦੱਸਦੇ ਆ ਵੀ ਇਹ 1 ਨੇਸ਼ਨ 1 ਮੰਡੀ ਬਣਾਉਣੀ ਆ ਤੇ ਉਹਦੇ ਲਈ ਛੋਟਿਆਂ ਕਿਸਾਨਾਂ ਨੂੰ ਹੀ ਜ਼ਿਆਦਾ ਇਹਦਾ ਜਿਹੜਾ ਆ ਸੰਤਾਪ ਭੋਗਣਾ ਪੈਣਾ ਸੀਗਾ। ਪਰ ਭਾਜਪਾ ਆਗੂ ਜਿਹੜੇ ਆ ਉਹ ਸਰਕਾਰ ਤੋਂ ਵੱਖ ਨਹੀਂ ਜਾ ਸਕਦੇ। ਮੀਟਿੰਗ ਤਾਂ ਹੋਈ ਸੀਗੀ ਉਹਨਾਂ ਦੀ ਵੀ 5 ਰਾਜਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕਰਨੀ ਆ, ਉਹਦੇ ਬਾਰੇ ਬਹੁਤਾ ਇਸ ਤਰੀਕੇ ਨਾਲ ਗੱਲ ਨਹੀਂ ਹੋਈ, ਕਿਉਂਕਿ ਪਹਿਲਾਂ ਹੀ ਉਹਨਾਂ ਦੀ ਰਣਨੀਤੀ ਅੰਦਰ ਖਾਤੇ ਚੱਲਦੀ ਪਈ ਆ, ਜਾਂ ਕਹਿ ਲਓ ਅੰਦਰੂਨੀ ਮੀਟਿੰਗ ਦੇ ਵਿੱਚ ਹੋਰ ਕੀ ਰਣਨੀਤੀ ਬਣਾਈ ਗਈ ਆ ਉਹ ਇਹਨਾਂ ਨੇ ਬਾਹਰ ਨਹੀਂ ਆਉਣ ਦਿੱਤੀ। ਲੀਕ ਹੋਣ ਦਾ ਖਤਰਾ ਰਹਿੰਦਾ ਇਹਨਾਂ ਨੂੰ। ਇਸ ਕਰਕੇ ਸਰਕਾਰ ਦੀ ਜਿਹੜੀ ਆ ਚੋਣਾਂ ਸੰਬੰਧੀ ਰਣਨੀਤੀ ਆ ਉਹ ਤਾਂ ਹਜੇ ਉਜਾਗਰ ਨਹੀਂ ਹੋਈ, ਉਹ ਪੈਂਤੜਾ ਵਰਤਣਗੇ ਜਦੋਂ ਚੋਣਾਂ ਦਾ ਐਲਾਨ ਹੋਊਗਾ। ਉਹ ਰਣਨੀਤੀ ਤਾਂ ਬਣਾ ਲਈ ਹੋਣੀ ਆ ਤੇ 5 ਰਾਜਾਂ ਦੇ ਵਿੱਚ ਇਹਨਾਂ ਨੇ ਉਹ ਰਣਨੀਤੀ ਨੂੰ ਅਪਣਾਉਣਾ ਵੀ ਆ। ਉਹਦੇ ਬਾਬਤ ਨਹੀਂ ਕੋਈ ਗੱਲ ਹੋਈ, ਪਰ ਆਹ ਜ਼ਰੂਰ ਬਾਹਰ ਆਈ ਆ ਗੱਲ ਮੀਟਿੰਗ ਚੋਂ ਬਈ ਇਹਦੇ ਵਿੱਚ ਆਹ ਮਤੇ ਪਾਸ ਕੀਤੇ ਆ। ਪ੍ਰਧਾਨ ਮੰਤਰੀ ਨੇ ਵੀ ਸੰਬੋਧਨ ਕਰਦਿਆਂ ਆਪਣੇ ਸਾਰੇ ਆਗੂਆਂ ਨੂੰ ਕਿਹਾ ਕਿ ਸਾਡਾ ਜਿਹੜਾ ਮਕਸਦ ਆ, BJP ਦਾ ਮਕਸਦ ਆ ਉਹ ਦੇਸ਼ ਦਾ ਵਿਕਾਸ ਆ,
ਮਾਨਵਤਾ ਦਾ ਵਿਕਾਸ ਆ, ਲੋਕ ਭਲਾਈ ਕੰਮ ਕਰਨੇ ਸਾਡੀ ਤਰਜੀਹ ਆ, ਇਹਨੂੰ ਲੈ ਕੇ ਅੱਗੇ ਚਲੋ, ਇਹਦੇ ਨਾਲ ਹੀ ਆਪਾਂ ਚੱਲਾਂਗੇ। ਜਿਹਦੇ ਵਿੱਚ ਉਹਨਾਂ ਨੇ JP ਨੱਡਾ ਹੋਣਾ ਨੇ ਨਾਰਾ ਵੀ ਦੁਆਰਾ ਦੁਹਰਾਇਆ ਸੀਗਾ ਕਿ ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ। ਉਸ ਨਾਰੇ ਨੂੰ ਦੁਹਰਾਉਂਦੇ ਹੋਏ BJP ਉਹੀ ਰੱਟ ਤੇ ਅੜੀ ਹੋਈ ਆ, ਉਹੀ ਗੱਲ ਤੇ ਅੜੀ ਹੋਈ ਆ ਕਿ ਜੋ ਅਸੀਂ ਕੀਤਾ ਉਹ ਸਹੀ ਕੀਤਾ। ਉਹਨਾਂ ਨੂੰ ਇਹ ਨਹੀਂ ਦੱਸਦਾ ਵੀ ਕਿਸੇ ਕਿਸਾਨ ਨੇ, ਕਿਸੇ ਕਿਸਾਨ ਆਗੂ ਨੇ, ਕਿਸੇ ਵੀ ਕਿਸਾਨ ਜਥੇਬੰਦੀ ਨੇ ਤੁਹਾਡੇ ਇਸ ਕਾਨੂੰਨਾਂ ਨੂੰ ਕਦੇ ਵੀ ਸ਼ਲਾਘਾ ਕੀਤੀ ਆ ਜਾਂ ਕਿਹਾ ਵੀ ਸਾਡੇ ਜੋ ਤੁਸੀਂ ਕੀਤਾ ਆ ਸਾਡੇ ਲਈ ਉਹ ਚੰਗਾ ਕੀਤਾ ਆ। ਨਹੀਂ, ਵੈਸੇ ਅਵਤਾਰ ਜੀ ਬੜੇ ਸਾਰੇ ਕਿਸਾਨਾਂ ਨੇ ਉਹ ਮੈਮੋਰੈਂਡਮ ਜਾਂ ਮੰਗ ਪੱਤਰ ਜਾਂ ਧੰਨਵਾਦ ਪੱਤਰ ਕਹਿ ਸਕਦੇ ਆ ਦਿੱਤੇ ਵੀ ਆ, ਜਥੇਬੰਦੀ ਨੇ ਦਿੱਤਾ ਵੀ ਅਸੀਂ ਸਹਿਮਤ ਹਾਂ। ਉਹਦੇ ਬਾਰੇ ਵੀ ਮੈਂ ਦੱਸ ਦਿੰਦਾ ਵੀ ਉਹ ਜਥੇਬੰਦੀਆਂ ਜਿਹੜੀਆਂ ਪੁਰਾਣੀਆਂ ਕਿਸਾਨ ਯੂਨੀਅਨਾਂ ਨਾ ਉਹ ਕਹਿੰਦੀਆਂ ਵੀ ਸਾਨੂੰ ਪਤਾ ਹੀ ਨਹੀਂ ਕਦੋਂ ਉੱਠੀਆਂ। ਅੱਛਾ ਜੀ। ਇਹ ਪਤਾ ਨਹੀਂ ਸਰਕਾਰ ਨੇ ਕਿੱਥੋਂ ਪੈਦਾ ਕਰ ਦਿੱਤੀਆਂ, ਰਾਤੋਂ ਰਾਤ ਹੀ ਖੜੇ ਕਰਤੇ ਸੰਗਠਨ, ਜਥੇਬੰਦੀਆਂ, ਕਿਸਾਨ ਆਗੂ। ਉਹ ਕਹਿੰਦੇ ਇਹੋ ਜਿਹੇ ਨਾਂ ਸੁਣੇ ਹੀ ਨਹੀਂ ਕਦੇ। ਹੁਣ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਪਲੱਸ ਜਿਹੜੀਆਂ ਸਾਰੇ ਦੇਸ਼ ਦੀਆਂ 400-500 ਤੋਂ ਵੱਧ ਸੰਗਠਨ ਆ ਕਿਸਾਨਾਂ ਦੇ, ਉਹ ਬੇਸ਼ੱਕ ਬਹੁਤ ਪੁਰਾਣੇ ਆ। ਹੁਣ ਉਹਨਾਂ ਨੂੰ ਜਦੋਂ ਨਵੇਂ ਬੰਦਿਆਂ ਦੇ ਨਾਂ ਸਾਹਮਣੇ ਆਉਣੇ ਆ ਤਾਂ ਇੱਕਦਮ ਮੱਥਾ ਤਾਂ ਖਣਕੇਗਾ ਹੀ ਨਾ ਵੀ ਇਹ ਕਿਸਾਨ ਆਗੂ ਕਿੱਥੋਂ ਆ ਗਏ, ਇਹ ਪਹਿਲਾਂ ਕਦੇ ਸੁਣੇ ਨਹੀਂ। ਸੋ ਉਹ ਜਿਹੜੇ ਆਪਣੇ ਹਮਾਇਤੀ ਆ ਬੇਸ਼ੱਕ ਉਹਨਾਂ ਨੂੰ ਆਪਣੇ ਤੌਰ ਤੇ ਖੜੇ, ਜਿਵੇਂ ਹੁਣ ਮੰਨ ਲਓ ਇੱਕ ਹਲਕੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਸੇ ਪਾਰਟੀ ਦਾ ਤਕੜਾ ਆਗੂ ਲੜਦਾ ਹੋਵੇ ਤੇ ਉਹਨੂੰ ਦੇਖਿਆ ਜਾਂਦਾ ਵੀ ਇਹਦਾ ਮੁਕਾਬਲਾ ਸਾਡੀ ਪਾਰਟੀ 'ਚ ਕਰਨਾ ਔਖਾ ਆ ਜਾਂ ਲੱਗਦਾ ਵੀ ਇਹਨੂੰ ਅਸੀਂ ਟੱਕਰ ਨਹੀਂ ਦੇ ਸਕਦੇ, ਤੇ ਉੱਥੇ ਉਸੇ ਨਾਂ ਵਾਲਾ ਬੰਦਾ ਇੱਕ ਹੋਰ ਖੜਾ ਕਰ ਦਿੰਦੇ ਆ। ਕਰ ਦਿੰਦੇ ਨਾ ਵੀ ਉਹ ਜਿਵੇਂ ਹੁਣ ਮੰਨ ਲਓ ਸੁਖਬੀਰ ਬਾਦਲ ਨੂੰ ਲੈ ਲਈਏ ਵੀ ਇੱਕ ਥਾਂ ਤੇ ਸੁਖਬੀਰ ਬਾਦਲ ਖੜਾ ਤੇ ਉੱਥੇ ਇੱਕ ਬੰਦਾ ਸੁਖਬੀਰ ਨਾਂ ਦਾ ਖੜਾ ਕਰ ਦਿਓ ਵੀ ਆਪੇ ਵੋਟਰ ਜੈਸੇ 605 ਪਏ ਰਹਿਣ ਵੀ ਸੁਖਬੀਰ ਬਾਦਲ ਕੌਣ ਹੈ ਤੇ ਸੁਖਬੀਰ ਕੌਣ ਹੈ, ਵੋਟ ਕਿਹਨੂੰ ਪਾਉਣੀ ਆ। ਇਹੋ ਜਿਹਾ ਸਿਆਸੀ ਚਾਲਾਂ, ਮਤਲਬ ਇਹੋ ਜਿਹੀਆਂ ਸਿਆਸੀ ਚਾਲਾਂ ਹੁੰਦੀਆਂ ਇਹਨਾਂ ਦੀਆਂ ਵੀ ਉਹ ਜਥੇਬੰਦੀ ਸੰਗਠਨ ਜਿਹੜੇ ਆ, ਕਿਸਾਨ ਆਗੂ ਜਿਹੜੇ ਆ, ਉਹ ਕੋਈ ਨਾ ਕੋਈ ਇਹਨਾਂ ਨੇ ਖੜੇ ਕਰਤੇ ਵੀ ਉਹਨਾਂ ਤੋਂ ਹਮਾਇਤ ਦਵਾਤੀ ਪਲੱਸ ਉਹਨਾਂ ਤੋਂ ਮੰਗ ਪੱਤਰ ਦਵਾਤਾ। ਤੇ ਇਸੇ ਗੱਲ ਨੂੰ ਲੈ ਕੇ ਸਰਕਾਰ ਇਹ ਕਹਿ ਰਹੀ ਆ ਵੀ ਦੇਖ ਲਓ ਸਾਡੇ ਕਾਨੂੰਨਾਂ ਦੇ ਹੱਕ 'ਚ ਬੜੇ ਸਾਰੇ ਕਿੰਨੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ, ਪਰ ਅਸਲ ਵਿੱਚ ਇਹੋ ਜਿਹਾ ਨਹੀਂ ਆ। ਜਿਵੇਂ ਹੁਣ ਇਹ ਕਹਿੰਦੇ ਵੀ ਇੱਕ ਮੰਡੀ ਇੱਕ ਦੇਸ਼, ਹੁਣ ਜਿਹੜੀਆਂ ਪੰਜਾਬ ਦੀਆਂ ਔਰ ਹੋਰ ਕਿਸਾਨ ਜਥੇਬੰਦੀਆਂ ਆ ਉਹ ਤਾਂ ਇਹ ਕਹਿ ਰਹੀਆਂ ਵੀ ਪਾਬੰਦੀ ਤਾਂ ਪਹਿਲਾਂ ਵੀ ਹੈ ਨਹੀਂ ਸੀ ਕਿਤੇ ਵੀ ਦੇਸ਼ 'ਚ। ਜੰਮੂ ਕਸ਼ਮੀਰ ਦਾ ਸੇਬ ਪੂਰੇ ਦੇਸ਼ 'ਚ ਵਿਕਦਾ, ਪੰਜਾਬ ਤੋਂ ਬਣੇ ਜਿਹੜੇ ਆ ਉਤਪਾਦ ਆ, ਚਾਹੇ ਉਹ ਫਸਲ ਕਣਕ ਦੀ ਹੋ ਗਈ, ਸਰੋਂ ਹੋ ਗਈ ਜਾਂ ਕੋਈ ਹੋਰ ਆ, ਮੱਕਾ ਹੋ ਗਿਆ, ਉਹ ਵੀ ਸਾਰੇ ਦੇਸ਼ 'ਚ ਜਾਂਦਾ। ਮਹਾਰਾਸ਼ਟਰ ਤੋਂ ਨਾਗਪੁਰ ਤੋਂ ਸੰਤਰਾ, ਪਿਆਜ਼, ਅੰਬ ਉਹ ਪੂਰੇ ਦੇਸ਼ 'ਚ ਵਿਕਦੇ ਆ। ਅੰਬਾਂ ਦਾ ਤੁਸੀਂ ਜ਼ਿਕਰ ਕੀਤਾ ਤੇ ਮੈਨੂੰ ਯਾਦ ਆ ਗਿਆ, ਮੈਂ ਪੜ੍ਹ ਰਹੀ ਸੀ ਕਿਤੇ ਅੰਬ ਅੱਜਕੱਲ 1 ਕਿਲੋ ਦਾ ਮਾਰਕੀਟ 'ਚ ਮਿਲ ਰਿਹਾ ਤੇ ਉਹ ਇੱਥੇ ਵਾਲੇ ਲੋਕ ਜਿਹੜੇ ਨੇ ਇੰਪੋਰਟਡ ਕਹਿ ਕੇ ਮਹਿੰਗਾ ਵੇਚਦੇ ਨੇ, ਅਸਲ ਦੇ ਵਿੱਚ ਉਹ ਆਪਣੇ ਦੇਸ਼ ਦਾ ਹੀ ਅੰਬ। ਬਿਲਕੁਲ ਜੀ, ਬਿਲਕੁਲ। ਮਹਾਰਾਸ਼ਟਰ ਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਕਿਸਮਾਂ ਅੰਬਾਂ ਦੀਆਂ ਨਿਕਲਦੀਆਂ ਔਰ ਉੱਥੋਂ ਦਾ ਅੰਬ ਵੈਸੇ ਵੀ ਬਹੁਤ ਮਸ਼ਹੂਰ ਆ। ਤੇ ਜਦੋਂ ਉੱਥੋਂ ਦੇ ਸਾਰੇ ਉਤਪਾਦ ਪਹਿਲਾਂ ਹੀ ਪੂਰੇ ਦੇਸ਼ 'ਚ ਵਿਕ ਰਹੇ ਆ, ਫਿਰ ਚਾਹੇ ਜੰਮੂ ਕਸ਼ਮੀਰ ਹੋਵੇ ਤੇ ਚਾਹੇ ਕੇਰਲਾ ਹੋਵੇ, ਤੇ ਇਹ ਫਿਰ ਨਵਾਂ ਜਿਹੜਾ ਦੇ ਰਹੇ ਨਾਰਾ ਪੇ ਵਨ ਦੇਸ਼ ਵਨ ਮੰਡੀ, ਉਹ ਪਤਾ ਨਹੀਂ ਕਿੱਥੋਂ ਚੱਕ ਕੇ ਨਾਰਾ ਦੇਤਾ। ਕਿਸਾਨ ਆਗੂ ਵੀ ਬਾਰ-ਬਾਰ ਕਹਿ ਰਹੇ ਆ ਵੀ ਦੱਸੋ ਹਰਿਆਣੇ ਵਾਲਿਆਂ ਨੂੰ ਕਦੇ ਯੂਪੀ ਜਾ ਕੇ ਫਸਲ ਵੇਚਣ 'ਚ ਕੋਈ ਮੁਸ਼ਕਲ ਆਈ ਆ, ਜਾਂ ਕਹਿ ਲਓ ਵੀ ਉਧਰੋਂ ਬਿਹਾਰ ਵਾਲਿਆਂ ਨੂੰ ਕਦੇ ਪੰਜਾਬ 'ਚ ਫਸਲ ਵੇਚਣ 'ਚ ਦਿੱਕਤ ਆਈ ਆ। ਇਸ ਦੇ ਨਾਲ ਇਹ ਵੀ ਆ ਵੀ ਬਾਹਰ MSP ਹੈ ਨਹੀਂ, ਪੰਜਾਬ 'ਚ MSP ਹੈਗੇ ਆ। ਉਹ ਹੁਣ ਰੀਸੈਂਟਲੀ ਘਟਨਾਕ੍ਰਮ ਦੇ ਵਿੱਚ ਵੀ ਆਪਾਂ ਦੇਖਿਆ ਤਾਂ ਯੂਪੀ ਬਿਹਾਰ ਦੇ ਵਿੱਚੋਂ 700-800 ਨੂੰ ਲੈ ਕੇ 1200 ਤੱਕ ਝੋਨਾ ਖਰੀਦਿਆ ਗਿਆ ਉੱਥੋਂ, ਉਹ ਲਿਆ ਕੇ ਫਿਰ ਵਪਾਰੀਆਂ ਨੇ ਪੰਜਾਬ 'ਚ ਵੇਚਿਆ। ਉਹ 1880-90 ਦੇ ਕਰੀਬ ਉਹ ਵਿਕਿਆ। ਉਹ ਕਿੰਨਾ ਕਮਾਇਆ ਉਹਨਾਂ ਨੇ, ਦੇ ਲਓ 700-800 ਰੁਪਇਆ 1 ਕੁਇੰਟਲ ਦੇ ਪਿੱਛੇ ਕਮਾਇਆ। ਇਹ ਕਹਿੰਦੇ ਆ ਵੀ ਹੁਣ ਵਨ ਮੰਡੀ ਦੇਸ਼ ਬਣਿਆ ਕਰਕੇ ਤਾਂ ਕਰਕੇ ਉਹ ਵੇਚਿਆ, ਜਦ ਕਿ ਪਹਿਲਾਂ ਵੀ ਹੁੰਦਾ ਰਿਹਾ। ਜਦੋਂ ਇੱਥੋਂ ਸਰਪਲਸ ਹੋ ਜਾਂਦੀ ਸੀ ਕੋਈ ਅਨਾਜ ਦੀ, ਕਿਸੇ ਦੀ ਫਸਲ ਜਿਹੜੀ ਵੱਧ ਜਾਂਦੀ ਸੀ, ਉਹ ਆਪਣੇ ਪੰਜਾਬ ਦੇ ਕਿਸਾਨ ਵੀ ਹਰਿਆਣੇ 'ਚ ਜਾ ਕੇ ਵੇਚਣ ਲੱਗ ਪੈਂਦੇ ਸੀਗੇ, ਯੂਪੀ 'ਚ ਵੇਚ ਦਿੰਦੇ ਸੀਗੇ। ਉਦੋਂ ਰੇਟ ਉਹਨਾਂ ਨੂੰ ਵਾਜਬ ਮਿਲ ਜਾਂਦਾ ਸੀ ਕਿਉਂਕਿ ਸਮਾਂ ਵਿਹਾ ਚੁੱਕਾ ਹੁੰਦਾ ਸੀ। ਪਰ ਇਹ ਨਵਾਂ ਜਿਹੜਾ ਨਾਰਾ ਦੇ ਰਹੇ ਆ, ਇਹ ਸਮਝ ਨਹੀਂ ਲੱਗਦੀ ਸਰਕਾਰ ਕਿਉਂ ਇਸ ਤਰੀਕੇ ਨਾਲ ਅੜੀ ਫੜ ਕੇ ਬੈਠੀ ਆ। ਉਹਦੇ ਨਾਲ BJP ਵੀ ਅੜੀ ਫੜ ਕੇ ਬੈਠੀ ਆ। ਹਾਲਾਂਕਿ ਬੇਸ਼ੱਕ ਉਹਨਾਂ ਨੂੰ ਉੱਪਰੋਂ ਥੱਲੇ ਦਿਸਦਾ ਵੀ ਆ ਕਿ ਸਾਡਾ ਨੁਕਸਾਨ ਹੋ ਰਿਹਾ, ਫਿਰ ਵੀ ਉਹ ਇੱਕ ਗੱਲ ਫੜ ਕੇ ਬੈਠੀ ਆ ਪਰ ਨਹੀਂ ਹਾਲੇ ਸਾਨੂੰ ਕੁਝ ਨਹੀਂ ਹੋਇਆ ਆ। ਕਾਰਨ ਇਹੀ ਆ ਵੀ ਉਹ ਸਥਾਨਕ ਚੋਣਾਂ ਲੰਘ ਗਈਆਂ, ਚਾਹੇ ਇੱਕ ਸਟੇਟ ਦੀਆਂ ਲੈ ਲਓ, ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਆਉਣੀਆਂ, ਉਹ ਵੀ ਉਹਨਾਂ ਨੂੰ ਬਹੁਤਾ ਅਹਿਮ ਨਹੀਂ ਦੱਸਦੀ। 2024 ਨੂੰ ਜਦੋਂ ਲੋਕ ਸਭਾ ਚੋਣਾਂ ਆਉਣੀਆਂ, ਲੱਗਦਾ ਉਦੋਂ ਤੱਕ ਜੇ ਮਨ ਸਮੱਤਿਆ ਸਰਕਾਰ ਦੇ ਪੈ ਜਾਏ ਤਾਂ ਵੱਖਰੀ ਗੱਲ ਆ, ਪਰ ਹਾਲ ਦੀ ਘੜੀ ਜਿਹੜੀ ਅੜੀਬਾਜੀ ਆ ਉਹ ਸਰਕਾਰ ਨੂੰ ਛੱਡਣੀ ਪਊਗੀ। ਤੇ ਇਸ ਵੇਲੇ ਨੀਤੀ ਆਯੋਗ ਦੀ ਵੀ ਬੈਠਕ ਹੋਈ ਹੈ ਕੱਲ ਤੇ ਅੱਜ, ਤੇ ਉਹ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਕਿਹੜੇ ਮੁੱਦੇ ਵਿਚਾਰੇ ਗਏ?
ਜ਼ਿਆਦਾਤਰ ਤਾਂ ਉਹਦੇ ਵਿੱਚ ਕਰੋਨਾ ਕਾਲ ਨੂੰ ਲੈ ਕੇ ਹੀ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨੇ ਮੀਟਿੰਗ ਕਰਨੀ ਸੀਗੀ ਕਿ ਉਹਦਾ ਜਿਹੜਾ ਟੀਕਾਕਰਨ ਦਾ ਪ੍ਰੋਸੈਸ ਆ ਜਾਂ ਉਹਦੇ ਵਿੱਚ ਕੋਈ ਕੇਸਾਂ ਦੇ ਘਟਨ ਵਧਣ ਦੀ ਕੰਮ ਆ, ਉਹ ਸਾਰੇ ਡਿਸਕਸ ਕਰਨਾ ਸੀਗਾ ਜੀ। ਔਰ ਉਹਦੇ ਨਾਲ ਪ੍ਰਧਾਨ ਮੰਤਰੀ ਨੇ ਉਸ ਮੀਟਿੰਗ ਦੇ ਵਿੱਚ ਸਵੈ ਨਿਰਭਰ ਭਾਰਤ, ਆਤਮ ਨਿਰਭਰ ਭਾਰਤ ਦੀ ਗੱਲ ਵੀ ਕੀਤੀ ਜੀ। ਸਭ ਤੋਂ ਵੱਧ ਜ਼ੋਰ ਉਹਦੇ ਵਿੱਚ ਨਿੱਜੀਕਰਨ ਨੂੰ ਦਿੱਤਾ ਗਿਆ। ਜੀ। ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਅੱਜ ਤੋਂ 7-8 ਸਾਲ ਪਹਿਲਾਂ ਇਹੀ ਬੀਜੇਪੀ ਯੂਪੀਏ ਸਰਕਾਰ ਦੇ ਨਿੱਜੀਕਰਨ ਦੇ ਫੈਸਲਿਆਂ ਦੇ ਖਿਲਾਫ ਖੜੀ ਹੁੰਦੀ ਸੀ, ਬਹੁਤ ਜ਼ਿਆਦਾ ਮੁਖਾਲਫਤ ਕਰਦੀ ਸੀਗੀ। ਸੰਸਦ ਨਹੀਂ ਸੀ ਚੱਲਣ ਦਿੱਤਾ, ਸਾਰਾ ਇਜਲਾਸ ਜਿਹੜਾ ਸੰਸਦ ਦਾ ਉਹ ਭੇਡ ਚੜ ਜਾਂਦਾ ਸੀਗਾ ਰੌਲੇ ਰੱਪੇ ਦੇ। ਜੀ। ਬਿਲਕੁਲ ਨਹੀਂ ਸੀ ਉਹਨਾਂ ਨੇ ਕੰਮਕਾਰ ਛੋੜ ਦਿੰਦੇ ਤਾਂ ਕਿੰਨਾ ਖਰਚਾ ਉਸ ਦੇਸ਼ ਤੇ ਪੈਂਦਾ ਸੀਗਾ। ਉਹੀ ਬੀਜੇਪੀ ਹੁਣ ਉਹਨਾਂ ਦੇ ਪ੍ਰਧਾਨ ਮੰਤਰੀ ਖੁਦ ਆਪ ਕਹਿ ਰਹੇ ਆ ਕਿ ਜੇ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਆ ਤਾਂ ਨਿੱਜੀ ਖੇਤਰ ਤੇ ਜ਼ੋਰ ਦੇਣਾ ਪਊਗਾ। ਇਹ ਇੱਕਦਮ ਜਿਹੜਾ ਟਰਨ ਲੈ ਲਿਆ ਜਿਹੜਾ ਕੰਮ ਦਾ ਸਰਕਾਰ ਦਾ ਜਾਂ ਬੀਜੇਪੀ ਦਾ, ਇਹ ਸਮਝ ਤੋਂ ਬਾਹਰ ਆ। ਠੀਕ ਆ, ਨਿੱਜੀ ਖੇਤਰ ਨੂੰ ਵੀ ਆਉਣਾ ਚਾਹੀਦਾ, ਪਰ ਸਾਰਾ ਕੁਝ ਨਿੱਜੀ ਕਰ ਦਿਆਂਗੇ ਤਾਂ ਫਿਰ ਉਹ ਬਾਕੀ ਸਰਕਾਰ ਦਾ ਕੀ ਰਹਿ ਜਾਊਗਾ। ਹੁਣ ਇੱਥੇ ਤਾਂ ਸੀਤਾਰਮਨ ਹੋਣਾ ਨੇ ਵੀ ਕਿਹਾ ਵੀ ਆਉਂਦੇ ਸਮੇਂ 'ਚ ਆਪਾਂ 에ਅਰ ਇੰਡੀਆ ਵੀ ਵੇਚ ਦੇਣੀ ਆ, ਆਉਂਦੇ ਸਮੇਂ 'ਚ ਆਪਾਂ HPCL ਵੀ ਵੇਚ ਦੇਣੀ ਆ, ਤੇ BSNL ਦਾ ਹਾਲ ਆਪਾਂ ਦੇਖ ਹੀ ਲਿਆ ਜੀ ਕੀ ਆ। ਤੇ ਉਹ ਪ੍ਰਾਈਵੇਟਾਈਜੇਸ਼ਨ ਨੂੰ ਦਿੰਨੇ ਆ, ਪਰ ਉਹਦਾ ਕੰਟਰੋਲ ਆਪਣੇ ਹੱਥ 'ਚ ਤਾਂ ਰੱਖਣ। ਜੇ ਹੁਣ ਸਾਰੀ ਪ੍ਰਾਈਵੇਟ ਕਰ ਦਿੱਤੀ ਜਾਵੇ ਤਾਂ ਫਿਰ ਉੱਥੇ ਬੰਦਾ ਮਨਮਰਜ਼ੀਆਂ ਕਰੂਗਾ। ਜਿਹਨੇ ਪ੍ਰਾਈਵੇਟ ਖਰੀਦ ਕੀਤੀ ਹੋਊਗੀ ਉਹ ਆਪਣੀ ਮਰਜ਼ੀ ਨਾਲ ਸਾਰਾ ਕੰਮ ਕਰਾਊਗਾ, ਸਰਕਾਰ ਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ। ਇਹ ਪ੍ਰਾਈਵੇਟਾਈਜੇਸ਼ਨ ਠੀਕ ਹੈ ਜਿੰਨੀ ਤੱਕ ਬਾਹਰਲੇ ਦੇਸ਼ਾਂ ਤੱਕ ਠੀਕ ਸੀਗਾ, ਉਹਨਾਂ ਦਾ ਕੁੰਡਾ ਤਗੜਾ ਸੀ, ਉਹਨਾਂ ਦਾ ਡੰਡਾ ਤਗੜਾ ਸੀ। ਇੱਥੇ ਤਾਂ ਫਿਰ ਜੋ ਮਨ ਆਈ ਉਹਨਾਂ ਨੇ ਆਪਣੀ ਕਰਨੀ ਹੈ ਜੀ। ਅਵਤਾਰ ਜੀ, ਇਸ ਵੇਲੇ ਅਸੀਂ ਮਣਿਆਈਆਂ ਨਹੀਂ ਕਰ ਸਕਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ, ਸੋ ਦਰਸ਼ਕਾਂ ਦਾ ਸਵਾਗਤ ਕਰਾਂਗੇ ਮੁੜ ਤੋਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ। ਤੇ ਅਵਤਾਰ ਜੀ, ਅਗਲੇ ਮੁੱਦੇ ਵੱਲ ਆਏ। ਨੀਤੀ ਆਯੋਗ ਦੀ ਬੈਠਕ ਹੋ ਗਈ, ਮੁੱਖ ਮੰਤਰੀ ਉਹਦੇ 'ਚ ਗੈਰ ਹਾਜ਼ਰ ਸੀ, ਪਰ ਉਹ ਫਿਰ ਵੀ ਕੁਝ ਬੋਲੇ ਨੇ। ਕੀ ਬੋਲੇ ਭਲਾ ਉਹ? ਨੀਤੀ ਆਯੋਗ ਦੀ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਲੱਸ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਏ ਜੀ। ਤੇ ਕੈਪਟਨ ਸਾਹਿਬ ਨੇ ਆਪਣਾ ਪ੍ਰੀ ਰਿਕਾਰਡਡ ਬਿਆਨ ਜਿਹੜਾ ਆ ਉਹ ਨੀਤੀ ਆਯੋਗ ਦੀ ਬੈਠਕ ਦੇ ਨਾਲ ਹੀ ਪ੍ਰੈਸ ਨੂੰ, ਮੀਡੀਆ ਨੂੰ ਜਾਰੀ ਕੀਤਾ ਸੀ ਜੀ। ਹੁਣ ਰੌਲਾ ਤਾਂ ਉਹਦੇ ਵਿੱਚ ਇਹ ਪੈ ਰਿਹਾ ਕਿ ਉਹਨਾਂ ਨੇ ਇਸ ਹੱਦ ਤੱਕ ਗੱਲ ਕਹਿ ਦਿੱਤੀ ਸੀਗੀ ਕਿ ਜੋ ਸਰਕਾਰ ਨੇ ਤਜਵੀਜ਼ ਦਿੱਤੀ ਹੈ ਨਾ 1.5 ਸਾਲ ਕਾਨੂੰਨ ਰੋਕਣ ਬਾਰੇ ਕਿਸਾਨਾਂ ਨੂੰ, ਕਿਸਾਨ 2 ਵਾਰੀ 3 ਵਾਰੀ ਰੱਦ ਕਰ ਚੁੱਕੇ ਆ। ਪ੍ਰਧਾਨ ਮੰਤਰੀ ਨੇ ਵੀ ਸੰਸਦ 'ਚ ਕਿਹਾ ਸੀਗਾ ਵੀ ਸਾਡੀ ਉਹ ਤਜਵੀਜ਼ ਹਜੇ ਵੀ ਕਾਇਮ ਆ ਜਿਸ ਕਿਸਾਨ ਉਹਦੇ ਤੇ ਵਿਚਾਰ ਕਰਨ ਤਾਂ, ਪਰ ਉਹ ਕਿਸਾਨਾਂ ਨੇ ਰੱਦ ਕੀਤਾ ਹੋਇਆ ਪਹਿਲਾਂ ਹੀ। ਉਹਦੇ ਬਾਰੇ ਹੀ ਕੈਪਟਨ ਨੇ ਕਿਹਾ ਵੀ ਜੇ 1.5 ਸਾਲ ਜਿਹੜੇ ਸਰਕਾਰ ਦੀ ਤਜਵੀਜ਼ ਆ ਉਹ ਕਿਸਾਨ ਕੁਝ ਹੱਦ ਤੱਕ ਮੰਨਣ ਲਈ ਤਿਆਰ ਆ ਜੀ, ਪਰ ਇਹਨੂੰ ਜੇ 2 ਤੋਂ 3 ਸਾਲ ਵਧਾਤਾ ਜਾਵੇ ਤੇ ਹੋ ਸਕਦਾ ਕਿਸਾਨਾਂ ਦਾ ਮਸਲਾ ਹੱਲ ਹੋ ਜਾਏ ਤੇ ਅੰਦੋਲਨ ਖਤਮ ਹੋ ਜਾਏ ਜੀ। ਹੁਣ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਕੈਪਟਨ ਸਾਹਿਬ ਨੇ ਆਪਣੇ ਵੱਲੋਂ ਹੀ ਗੱਲ ਕਹਿਤੀ ਜਾਂ ਉਹਨਾਂ ਨੇ ਕਿਸੇ ਕਿਸਾਨ ਆਗੂ ਨਾਲ ਗੱਲ ਕੀਤੀ ਜਾਂ ਕਿਸਾਨ ਆਗੂਆਂ ਨੇ ਕੈਪਟਨ ਸਾਹਿਬ ਨਾਲ ਗੱਲ ਕੀਤੀ। ਇਹ ਹਜੇ ਸਮਝ ਤੋਂ ਪਰੇ ਆ, ਪਰ ਇਹਦਾ ਰੌਲਾ ਬੜਾ ਪੈ ਗਿਆ। ਜਦੋਂ ਇਹ ਬਿਆਨ ਆਇਆ ਕਿਸਾਨ ਆਗੂਆਂ ਨੇ ਨਾਲ ਹੀ ਕਹਿਤਾ ਵੀ ਕੈਪਟਨ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੋਲੀ ਬੋਲਦੇ ਆ। ਇਹ ਵੀ ਕੋਈ ਨਵੀਂ ਗੱਲ ਨਹੀਂ ਹੈਗੀ, ਉਹ ਸ਼ੁਰੂ ਤੋਂ ਹੀ ਵੈਸੇ ਕੇਂਦਰ ਦੀ ਬੋਲੀ ਹੀ ਬੋਲਦੇ ਆਏ ਆ। ਤੇ ਹੁਣ ਇੱਕ ਕਿਸਮ ਨਾਲ ਜ਼ਾਹਰ ਹੋ ਗਏ ਜਦੋਂ ਉਹਨਾਂ ਨੇ ਕਿਹਾ ਵੀ ਜੋ ਕੇਂਦਰ ਦੀ ਤਜਵੀਜ਼ ਆ 1.5-2 ਸਾਲ ਵਾਲੀ ਉਹ ਮੰਨ ਲੈਣੀ ਚਾਹੀਦੀ ਆ, ਕੁਝ ਮੰਨੇ ਵੀ ਆ। ਹੁਣ ਕਿਸਾਨ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਮੰਨੇ ਆ। ਇਹ ਵੀ ਵੱਖਰੀ ਗੱਲ ਆ ਵੀ ਉਹਨਾਂ ਦੇ ਦੌਰਾਨ, ਉਸ ਮੀਟਿੰਗ ਦੌਰਾਨ ਜਦੋਂ ਤੋਮਰ ਨੇ ਇਹ ਤਜਵੀਜ਼ ਰੱਖੀ ਸੀ, ਉਹ ਤੋਂ ਬਾਅਦ ਜਦੋਂ ਮੀਟਿੰਗ ਦੇ ਵਿੱਚ ਕੁਝ ਇੱਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਇਸ ਗੱਲ ਨੂੰ ਤਿਆਰ ਸੀ ਕਿ ਆਪਾਂ ਗੌਰ ਕਰ ਲਿਆ ਜਾਵੇ। ਸੂਤਰਾਂ ਦੇ ਹਵਾਲੇ ਨਾਲ ਆ, ਕਨਫਰਮ ਨਹੀਂ ਸੀ, ਪਰ ਉਹਨਾਂ ਦੇ ਵਿੱਚ ਇਹ ਬਾਕੀ ਆਗੂਆਂ ਨੂੰ ਲੈ ਕੇ ਥੋੜਾ ਜਿਹਾ ਡਿਫਰ ਕਰ ਗਏ ਸੀ ਕਿ ਆਪਾਂ ਚਲੋ ਇਹ ਤਜਵੀਜ਼ ਦਿੱਤੀ ਆ ਤੇ ਇਹਨੂੰ ਥੋੜਾ ਵਿਚਾਰ ਲਿਆ ਜਾਵੇ। ਜਿਹੜੇ ਹੋਰ ਸੀ, ਕਿਉਂਕਿ ਉੱਥੇ ਜਦੋਂ ਆਪਾਂ ਡਿਵਾਈਡ ਕਰਦੇ ਆ ਤਾਂ ਫਿਰ ਜਿੱਥੇ ਬਹੁਮਤ ਹੁੰਦੀ ਆ ਉਧਰ ਵੱਲ ਨੂੰ ਹੋ ਜਾਂਦਾ। ਬਹੁਮਤ ਵਾਲੇ ਪਾਸੇ ਕਿਸਾਨਾਂ ਦਾ ਇਹ ਸੀ ਮਤਲਬ ਵੀ ਜੇ ਹੁਣ 1.5 ਸਾਲ 2 ਸਾਲ ਹੁਣ ਮੰਨ ਲੈਂਦੇ ਆ, ਮੰਨ ਲਓ ਆਪਾਂ ਕਿਸਾਨ ਅੰਦੋਲਨ ਇਸ ਆੜ 'ਚ ਖਤਮ ਕਰ ਦਿੰਨੇ ਆ, 1.5-2 ਸਾਲ ਬਾਅਦ ਫਿਰ ਇਹਨਾਂ ਨੇ ਕਾਨੂੰਨ ਲਾਗੂ ਕਰਤੇ ਤੇ ਇਹੋ ਜਿਹਾ ਅੰਦੋਲਨ ਦੁਬਾਰਾ ਖੜਾ ਕਰਨਾ ਮੁਸ਼ਕਿਲ ਹੋ ਜਾਣਾ। ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਸਹਿਮਤੀ ਨਹੀਂ ਬਣੀ ਸੀ, ਇਸ ਕਰਕੇ ਉਹ ਖਤਮ ਹੋ ਗਿਆ ਕੰਮ। 2-3 ਵਾਰੀ ਉਹਨਾਂ ਨੇ ਰਿਜੈਕਟ ਕਰਤਾ। ਮੁੱਖ ਮੰਤਰੀ ਵੱਲੋਂ ਇਹ ਬਿਆਨ ਦੇਣ ਨਾਲ ਇੱਕ ਵਾਰੀ ਫਿਰ ਵਿਵਾਦ ਖੜਾ ਹੋ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਰਿਆਂ ਨੇ ਇਹਦੀ ਨਿੰਦਾ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਇਹ ਆਪਣੇ ਤੌਰ ਤੇ ਕਿਵੇਂ ਬਿਆਨ ਦੇ ਸਕਦੇ, ਅਸੀਂ ਕਿਸੇ ਤਜਵੀਜ਼ ਬਾਰੇ ਹਜੇ ਕੋਈ ਗੱਲ ਕੀਤੀ ਨਹੀਂ, ਨਾ ਹੀ ਸਾਡੇ 'ਚ ਕੋਈ ਸਹਿਮਤੀ ਆ, ਅਸੀਂ ਬਿਲਕੁਲ ਰੱਦ ਕਰਨਾ ਚਾਹੁੰਦੇ ਹਾਂ, ਕਾਨੂੰਨ ਵਾਪਸ ਹੋਣੇ ਚਾਹੀਦੇ, ਸਾਨੂੰ 1.5-2 ਸਾਲ ਵਾਲੀ ਤਜਵੀਜ਼ ਨਹੀਂ ਬਣਦੀ। ਉਹ ਜਦੋਂ ਤੋਂ ਨਿੰਦਾ ਹੋਣ ਲੱਗ ਪਈ, ਵਿਵਾਦ ਹੋ ਗਿਆ ਤੇ ਕੈਪਟਨ ਸਾਹਿਬ ਨੇ ਇੱਕਦਮ ਯੂ ਟਰਨ ਲੈ ਲਿਆ
ਉਹ ਕਹਿੰਦੇ ਨਹੀਂ ਜੀ ਮੈਂ ਤਾਂ ਇਦਾਂ ਦੇ ਕਿਹਾ ਹੀ ਨਹੀਂ, ਗੱਲ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਜਿਵੇਂ ਕਿ ਆਮ ਸਿਆਸੀ ਆਗੂ ਕਹਿੰਦੇ ਹੁੰਦੇ ਆ। ਜਦੋਂ ਰੌਲਾ ਪੈ ਜਾਏ ਤਾਂ ਫਿਰ ਉਹ ਉਹਨੂੰ ਕਹਿੰਦੇ ਮੇਰਾ ਬਿਆਨ ਤੋੜ ਮਰੋੜਿਆ। ਹੁਣ ਤੋੜਦੇ ਮਰੋੜਦੇ ਕਿਵੇਂ ਆ, ਉਹ ਸਿਆਸੀ ਆਗੂ ਹੀ ਦੱਸ ਸਕਦੇ ਆ। ਮੀਡੀਆ ਵਾਲਿਆਂ ਨੇ ਤਾਂ ਜੋ ਉਹਨਾਂ ਦਾ ਬਿਆਨ ਚਲਾਇਆ ਸੀ ਚੱਲ ਵੀ ਗਿਆ ਸੀ। ਉਹਦੇ ਵਿੱਚ ਹੋਰ ਵੀ ਗੱਲਾਂ ਬਹੁਤ ਕੀਤੀਆਂ ਸੀਗੀਆਂ, ਜਿਹਦੇ ਨਾਲ ਮੈਂ ਥੋੜੀ ਜਿਹੀ ਵਿਸਥਾਰ ਨਾਲ ਵੀ ਦੱਸ ਸਕਦਾ। ਤੇ ਕੈਪਟਨ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਅੰਦੋਲਨ ਜਿਹੜਾ ਆ ਇਹਦੇ ਬਾਬਤ ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨ ਕੇ ਤੇ ਇਹਨੂੰ ਖਤਮ ਕਰਾਇਆ ਜਾਵੇ, ਇਹਦਾ ਮਸਲਾ ਹੱਲ ਕਰਾਇਆ ਜਾਵੇ। ਆਰਥਿਕ ਪੱਖੋਂ ਵੀ ਪੰਜਾਬ ਦਾ ਵੀ ਤੇ ਹੋਰਨਾਂ ਵੀ ਕਾਫੀ ਨੁਕਸਾਨ ਹੋ ਰਿਹਾ, ਤੇ ਕਿਸਾਨਾਂ ਦੇ ਵਿੱਚ ਵੀ ਜੇ ਲੰਬਾ ਚੱਲਿਆ ਤਾਂ ਰੋਸ ਹੋਰ ਵੱਧ ਰਿਹਾ ਆ। ਇਹ ਵੀ ਉਹਨਾਂ ਨੇ ਸਲਾਹ ਦਿੱਤੀ ਆ। ਨਾਲ ਦੀ ਨਾਲ ਉਹਨਾਂ ਨੇ ਜਿਹੜਾ GST ਦਾ ਬਕਾਇਆ ਪਿਆ ਆ ਕੇਂਦਰ ਕੋਲ, ਉਹ ਵੀ ਉਹਨੇ ਕਿਹਾ ਵੀ ਸਾਡੇ ਸੂਬੇ ਨੂੰ ਲੋੜ ਆ ਇਸ ਵੇਲੇ ਪੈਸਿਆਂ ਦੀ, ਤੇ ਸਾਨੂੰ ਉਹ ਵੀ ਬਕਾਇਆ ਦਿੱਤਾ ਜਾਵੇ, ਵਾਪਸ ਮੋੜਿਆ ਜਾਵੇ ਜਿੰਨਾ ਵੀ ਬਣਦਾ ਆ। 8500 ਕਰੋੜ ਦਾ ਉਹਨਾਂ ਦਾ ਕੋਈ ਅੰਦਾਜ਼ਾ ਆ। ਫਿਰ ਕਰੋਨਾ ਦੇ ਰਿਲੇਟਡ ਵੀ ਗੱਲ ਕੀਤੀ ਆ ਵੀ ਜਦੋਂ ਕਰੋਨਾ ਵੈਕਸੀਨ ਦੇ ਤਰਜੀਹਾਂ ਬਾਰੇ ਗੱਲ ਹੋਊਗੀ ਉਦੋਂ ਸੂਬਿਆਂ ਨੂੰ ਜ਼ਰੂਰ ਧਿਆਨ 'ਚ ਲਿਆ ਜਾਵੇ, ਸੂਬਿਆਂ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਜਾਵੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੀਤੀ ਆਯੋਗ ਦੇ ਵਿੱਚ ਕੀਤੀਆਂ, ਪਰ ਉਹਨਾਂ ਦਾ ਯੂ ਟਰਨ ਲੈਣਾ ਜਿਹੜਾ ਆ ਉਹਦਾ ਕਾਫੀ ਰੌਲਾ ਪੈ ਰਿਹਾ ਪ੍ਰੈਸ ਦੇ ਵਿੱਚ, ਮੀਡੀਆ ਦੇ ਵਿੱਚ, ਵੀ ਇੱਕਦਮ ਕਿਸਾਨਾਂ ਨੇ ਜਿਹੜਾ ਇਹਨਾਂ ਦੇ ਇਸ ਬਿਆਨ ਨੂੰ ਰੱਦ ਕੀਤਾ ਆ। ਉਹਦੇ ਬਾਰੇ ਸੋਚਣਾ ਪਊਗਾ ਵੀ ਕੈਪਟਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਆ ਵੀ ਕੁਝ ਹੱਦ ਤੱਕ ਕਿਸਾਨ ਮੰਨਣ ਨੂੰ ਤਿਆਰ ਆ, ਉਹ ਕਿਵੇਂ ਦਿੱਤਾ ਕਿਵੇਂ ਨਹੀਂ ਦਿੱਤਾ, ਵੀ ਆਉਣ ਵਾਲੇ ਦਿਨਾਂ 'ਚ ਕੀ ਦੱਸਦੇ ਆ ਕੀ ਬੋਲਦੇ ਆ। ਹਾਲ ਦੀ ਘੜੀ ਤੋਂ ਉਹਨਾਂ ਦਾ ਯੂ ਟਰਨ ਹੀ ਲਿਆ ਹੋਇਆ ਮੰਨਿਆ ਜਾਂਦਾ ਜੀ। ਤੇ ਖੇਤੀ ਮੰਤਰੀ ਤੋਮਰ ਵੀ ਕੁਝ ਬੋਲੇ ਨੇ, ਉਹਨਾਂ ਭਲਾ ਕੀ ਆਖਿਆ? ਬਿਲਕੁਲ ਜੀ, ਉਹ ਖੇਤੀ ਮੰਤਰੀ ਤੋਮਰ ਸਾਹਿਬ ਦਾ ਜਦੋਂ ਭਾਜਪਾ ਦਾ ਬੁਰੀ ਤਰ੍ਹਾਂ ਹਾਰ ਹੋ ਗਈ ਪੰਜਾਬ ਦੇ ਵਿੱਚ, ਉਦੋਂ ਵੀ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਜੀ ਤੁਸੀਂ ਇਸ ਹਾਰ ਨੂੰ ਕਿਸਾਨ ਅੰਦੋਲਨ ਨਾਲ ਨਹੀਂ ਜੋੜ ਸਕਦੇ, ਉਹਨੂੰ ਇਹਦੇ ਨਾਲ ਨਾ ਜੋੜਿਆ ਜਾਵੇ ਤਾਂ ਚੰਗਾ ਆ। ਵੀ ਸਾਡੀ ਪਾਰਟੀ ਪਹਿਲਾਂ ਹੀ ਕਮਜ਼ੋਰ ਸੀਗੀ, ਅਕਾਲੀ ਦਲ ਨਾਲ ਟੁੱਟ ਕੇ ਪਹਿਲੀ ਵਾਰੀ ਲੜ ਲਈ ਸੀਗੀ, ਸਾਡੇ ਕੋਲ ਉਮੀਦਵਾਰ ਹੈ ਨਹੀਂ ਸੀਗੇ, ਸਾਨੂੰ ਪ੍ਰਚਾਰ ਦਾ ਮੌਕਾ ਨਹੀਂ ਦਿੱਤਾ ਗਿਆ, ਵਗੈਰਾ ਵਗੈਰਾ ਕਾਫੀ ਕੁਝ ਉਹਨਾਂ ਨੇ ਬੋਲਿਆ ਸੀ। ਹੁਣ ਇੱਕ ਨਵਾਂ ਉਹਨਾਂ ਨੇ ਬਿਆਨ ਦਿੱਤਾ ਆ, ਉਹ ਕਹਿੰਦੇ ਵੀ ਭੀੜ ਇਕੱਠੀ ਕਰਨ ਨਾਲ ਕਾਨੂੰਨ ਕਦੇ ਵਾਪਸ ਨਹੀਂ ਹੁੰਦੇ। ਤੇ ਜੇ ਭੀੜ ਇਕੱਠੀ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ, ਵੀ ਭੀੜ ਤੋਂ ਡਰਦੇ ਤੁਹਾਡੇ ਪਸੀਨੇ ਕਿਉਂ ਛੁੱਟ ਰਹੇ ਆ, ਇਹ ਵੀ ਇੱਕ ਸਵਾਲ ਆ। ਜੇ ਮਹਾਂ ਪੰਚਾਇਤਾਂ ਹੁੰਦੀਆਂ ਤਾਂ ਵੀ ਤੁਹਾਨੂੰ ਚਿੰਤਾ ਹੋ ਰਹੀ ਆ, ਜੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੀ ਗਿਣਤੀ ਵੱਧਦੀ ਆ ਤਾਂ ਵੀ ਚਿੰਤਾ ਹੋ ਰਹੀ ਆ। ਪੰਜਾਬ ਤੋਂ ਹਟ ਕੇ ਹਰਿਆਣਾ ਯੂਪੀ ਵੱਲ ਨੂੰ ਚਲੇ ਗਿਆ, ਯੂਪੀ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਪਸਰਿਆ ਪਿਆ, ਉਹਨੂੰ ਦੇਖ ਕੇ ਹੋਰ ਵੀ ਚਿੰਤਾ ਵੱਧ ਗਈ ਆ। ਤੇ ਫਿਰ ਜਦੋਂ ਇਹੋ ਜਿਹਾ ਬੇਤੁਕਾ ਬਿਆਨ ਦੇਣਾ ਵੀ ਭੀੜ ਇਕੱਠੀ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ, ਇਹ ਤਾਂ ਫਿਰ ਉਹਨਾਂ ਦਾ ਆਪਣੇ ਦੁਆਰਾ ਸੋਚਣਾ ਪਊਗਾ ਵੀ ਇਹੋ ਜਿਹਾ ਬਿਆਨ ਦੇਣਾ ਇਸ ਮੌਕੇ ਤੇ ਬਣਦਾ ਵੀ ਆ। ਤੁਸੀਂ ਗੱਲ ਕਰਦੇ ਆ ਇੱਕ ਪਾਸੇ ਗੱਲਬਾਤ ਦੀ, ਕਿਸਾਨਾਂ ਨੂੰ ਕਹਿੰਦੇ ਵੀ ਅਸੀਂ ਗੱਲਬਾਤ ਲਈ ਤਿਆਰ ਆ, ਦੂਜੇ ਪਾਸੇ ਇਹੋ ਜਿਹਾ ਬਿਆਨ ਦੇ ਦਿੰਦੇ ਆ, ਕਦੇ ਕੋਈ ਆਗੂ ਬਿਆਨ ਦਿੰਦਾ ਕਦੇ ਕੋਈ ਆਗੂ ਬਿਆਨ ਦਿੰਦਾ, ਤੇ ਤੁਹਾਡੀ ਵਿਸ਼ਵਾਸ ਬਹਾਲੀ ਕਿੱਦਾਂ ਹੋਊਗੀ? ਵਿਸ਼ਵਾਸ ਤਾਂ ਪਹਿਲਾਂ ਤੁਹਾਡਾ ਹੈ ਨਹੀਂ, ਕੇਵਲ ਕਿਸਾਨਾਂ ਕੋਲ ਹੀ ਨਹੀਂ, ਜੇ ਆਪਾਂ ਦੇਸ਼ ਵਾਸੀਆਂ ਨੂੰ ਵੀ ਦੇਖੀਏ ਤਾਂ ਉਹਨਾਂ ਵਿੱਚ ਵੀ ਸਰਕਾਰ ਦੀ ਵਿਸ਼ਵਾਸ ਵਾਲੀ ਗੱਲ ਉਹ ਹੈ ਨਹੀਂ, ਕਿਉਂਕਿ ਉਹ 6 ਸਾਲਾਂ ਤੋਂ ਦੇਖਦੇ ਆਏ ਆ, ਜਿੰਨੇ ਵੀ ਇਹਨਾਂ ਦੇ ਵਾਅਦੇ ਰਹੇ ਆ ਉਹ ਤਕਰੀਬਨ ਜੁਮਲੇ ਸਾਬਤ ਹੁੰਦਿਆਂ ਦੇਖੇ ਆ। ਇਸ ਕਰਕੇ ਵਿਸ਼ਵਾਸ ਤਾਂ ਪਹਿਲਾਂ ਹੀ ਹੈ ਨਹੀਂ। ਤੁਸੀਂ ਵਿਸ਼ਵਾਸ ਨੂੰ ਤੋੜਨ ਦੀ ਹੋਰ ਗੱਲ ਕਰਦੇ ਆ, ਇਹੋ ਜਿਹੇ ਬਿਆਨ ਦੇ ਦਿੰਦੇ ਆ ਵੀ ਇਹ ਜੇ ਭੀੜ ਤਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ, ਗੱਲਬਾਤ ਲਈ ਆਓ। ਗੱਲਬਾਤ ਕਰਨੀ ਆ ਤੇ ਹੁਣ ਨਾ ਤਾਂ ਤੁਸੀਂ ਸੱਦਾ ਦੇ ਰਹੇ ਤੇ ਨਾ ਹੀ ਉਹ ਕਿਸਾਨ ਵਾਲੇ ਕੁਝ ਕਹਿ ਰਹੇ ਆ ਵੀ ਸਾਨੂੰ ਤੁਸੀਂ ਸੱਦਾ ਦਊਗੇ ਤਾਂ ਜਾਵਾਂਗੇ। ਤੇ ਜੇ ਹੁਣ ਤੁਸੀਂ ਪਹਿਲੇ ਦਿਨ ਤੋਂ ਸੱਦਾ ਆਪ ਦਿੰਦੇ ਰਹੇ ਆ, ਤਰੀਕ ਵੀ ਆਪ ਤੈਅ ਕਰਦੇ ਰਹੇ ਆ, ਕਿਸਾਨਾਂ ਦੀ ਤਰੀਕ ਤੈਅ ਕੀਤੀ ਤੁਸੀਂ ਮਿੱਥਦੇ ਨਹੀਂ, ਤੇ ਹੁਣ ਤੁਸੀਂ ਦੁਬਾਰਾ ਇਹਨੂੰ ਪਹਿਲ ਕਿਉਂ ਨਹੀਂ ਕਰਦੇ ਆ? ਹੁਣ ਕਾਹਦੀ ਉਡੀਕ ਕਰਦੇ ਆ? ਇੰਨੇ ਦਿਨ ਹੋ ਗਏ ਆ। ਦੇਖੋ ਆਲੇ ਦੁਆਲੇ ਨੂੰ ਦਬਾਅ ਪਾ ਰਹੇ ਆ, ਕਦੇ ਕੇਸ ਕਰ ਦਿੱਤੇ ਝੂਠੇ, ਕਦੇ ਪਰਚੇ ਕਰ ਦਿੱਤੇ, ਕਦੇ ਨੋਟਿਸ ਭੇਜ ਦਿੱਤੇ, ਕਦੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਾਰਾ ਕੁਝ ਆਲੇ ਦੁਆਲੇ ਦੇ ਵਿੱਚ ਘੁੰਮ ਕੇ ਦਾਇਰਾ ਘੁਮਾ ਰਹੇ ਆਪਣਾ, ਪਰ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਬਾਰੇ ਕੋਈ ਗੱਲਬਾਤ ਨਹੀਂ ਕਰ ਰਹੇ ਆ। ਉਦਾਂ ਜ਼ਰੂਰ ਕਹਿ ਰਹੇ ਆ, ਆਏ ਦਿਨ ਤੀਜੇ ਦਿਨ ਇਹਨਾਂ ਦਾ ਬਿਆਨ ਆ ਜਾਂਦਾ ਵੀ ਦੇਖੋ ਅਸੀਂ ਗੱਲਬਾਤ ਲਈ ਤਿਆਰ ਆ। ਹੁਣ ਤਿਆਰ ਕੌਣ ਆ? ਤਿਆਰ ਤਾਂ ਕਿਸਾਨ ਵੀ ਕਹਿ ਰਹੇ ਅਸੀਂ ਤਿਆਰ ਆ, ਉਹ ਕਦੋਂ ਮੁੱਕਰੇ ਆ? ਉਹਨਾਂ ਨੇ ਤਾਂ ਹੁਣ ਤੱਕ ਵੀ, ਔਰ ਜਦੋਂ ਆਖਰੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਵੀ ਕਿਹਾ ਸੀ ਵੀ ਜਦੋਂ ਸਰਕਾਰ ਬੁਲਾਊਗੀ ਅਸੀਂ ਜਾਣ ਨੂੰ ਤਿਆਰ ਆ, ਅਸੀਂ ਨਾ ਨਹੀਂ ਕਦੇ ਵੀ ਕਰਦੇ। ਤਾਂ ਪਹਿਲ ਤਾਂ ਸਰਕਾਰ ਦੀ ਹੁੰਦੀ ਆ, ਪਰ ਹਾਲੇ ਤੱਕ ਇਹੋ ਜਿਹੀ ਗੱਲ ਕੋਈ ਹੁੰਦੀ ਲੱਗਦੀ ਨਹੀਂ ਵੀ ਇਹਨਾਂ ਨੇ ਕੋਈ ਤਰੀਕ ਮਿੱਥ ਕੇ ਕਿਸਾਨਾਂ ਨੂੰ ਸੱਦਿਆ ਹੋਵੇ। ਜੀ ਹਜੇ ਉਹਨਾਂ ਦੀ ਪਲਾਨਿੰਗ ਜਿਹੜੀ ਉਹ ਸਿਰੇ ਨਹੀਂ ਚੜ ਰਹੀ ਹੈ, ਚੜ੍ਹਨੀ ਚਾਹੀਦੀ ਆ ਹੁਣ, ਕਿਉਂਕਿ ਸਮਾਂ ਬਹੁਤ ਹੋ ਗਿਆ, 3 ਮਹੀਨੇ ਤੋਂ ਉੱਪਰ ਸਮਾਂ ਹੋ ਜਾਣਾ। 26 ਫਰਵਰੀ ਨੂੰ ਪੂਰੇ 3 ਮਹੀਨੇ ਹੋ ਜਾਣੇ ਆ ਇਸ ਅੰਦੋਲਨ ਨੂੰ। ਜੀ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਈ ਸੀ, ਉਹਨਾਂ 'ਚ ਉਹਨਾਂ ਨੇ ਅਗਲੀ ਰਣਨੀਤੀ ਉਲੀਕੀ ਹੈ, ਤੇ ਉਹ ਰਣਨੀਤੀ ਭਲਾ ਕੀ ਹੈ?
ਦੇਖੋ, ਜਦੋਂ ਸਰਕਾਰ ਨਹੀਂ ਮੰਨਦੀ, ਗੱਲਬਾਤ ਲਈ ਵੀ ਤਿਆਰ ਆ, ਕਹਿਣ ਦੀ ਤਰੀਕ ਵੀ ਨਹੀਂ ਦਿੰਦੀ, ਤੇ ਕਿਸਾਨਾਂ ਨੇ ਆਪਣੇ ਤੌਰ ਤੇ ਅੰਦੋਲਨ ਦੇ ਵਿੱਚ ਨਵੇਂ ਰਣਨੀਤੀ ਪ੍ਰੋਗਰਾਮ ਨਵੇਂ ਐਲਾਨ ਕੇ ਉਹ ਦਬਾਅ ਬਣਾਉਣਾ ਜਾਰੀ ਰੱਖਿਆ ਹੋਇਆ ਹੈ, ਜਿਹਦੇ ਸੰਬੰਧ ਵਿੱਚ ਉਹ ਮਹਾਪੰਚਾਇਤਾਂ ਤਾਂ ਕਰ ਹੀ ਰਹੇ ਆ। ਪੰਜਾਬ 'ਚ ਉਹਨਾਂ ਨੇ ਬੰਦ ਕਰਤੀਆਂ ਸੀ, ਫਿਰ ਵੀ ਚਲੋ ਇੱਕ ਦੋ ਥਾਵਾਂ ਤੇ ਹੋ ਰਹੀਆਂ, ਚੰਡੀਗੜ੍ਹ 'ਚ ਵੀ ਹੋਈ ਆ, ਹਰਿਆਣੇ 'ਚ ਵੀ ਹੋਣੀ ਆ, ਗਾਂ ਅਗਲੇ ਸਟੇਟਾਂ 'ਚ ਵੀ ਜਾਣੀ ਆ। ਪਰ ਇਹਨਾਂ ਦਾ ਜਿਹੜਾ ਮੇਨ ਮਕਸਦ ਆ, ਉਹ ਆਉਂਦੇ ਦਿਨਾਂ ਦੇ ਵਿੱਚ 23 ਤਰੀਕ ਨੂੰ 23 ਫਰਵਰੀ ਨੂੰ ਮੀਨਸ ਕੱਲ ਨੂੰ ਉਹਨਾਂ ਨੇ ਇੱਕ ਤਾਂ ਪਗੜੀ ਸੰਭਾਲ ਜੱਟਾਂ ਵਾਲੀ ਜਿਹੜੀ ਲਹਿਰ ਦੀ ਆ ਉਹ ਦਿਨ ਮਨਾਉਣਾ। ਉਹ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਜਿਹੜਾ ਲਹਿਰ ਉਦੋਂ ਸ਼ੁਰੂ ਕੀਤੀ ਸੀ ਖੇਤੀ ਅੰਦੋਲਨ ਦੇ ਖਿਲਾਫ, ਉਹਨੂੰ ਮੁੜ ਸੁਰਜੀਤ ਕਰਨਾ। ਔਰ ਦੱਸਿਆ ਗਿਆ ਵੀ ਜਿਹੜੇ ਕਿਸਾਨ ਅੰਦੋਲਨਾਂ 'ਚ ਬੈਠੇ ਆ ਉਹ ਰਵਾਇਤੀ ਦਸਤਾਰਾਂ ਬੰਨ੍ਹ ਕੇ ਆਉਣਗੇ, ਉਸ ਦਿਨ ਨੂੰ ਇੱਕ ਪ੍ਰਤੀਕ ਇੱਕ ਚਿੰਨ੍ਹ ਦਿਖਾ ਲੈਣਗੇ, ਉਹਦੇ ਲਈ ਆਪਣਾ ਰੋਸ ਪ੍ਰਗਟ ਕਰਨ ਦਾ ਨਵਾਂ ਤਰੀਕਾ ਹੋਊਗਾ ਇਹ। ਫਿਰ 26 ਨੂੰ ਉਹਨਾਂ ਨੇ ਇੱਕ ਕਿਹਾ ਵੀ ਉਦਣ ਗੁਰੂ ਰਵਿਦਾਸ ਜਯੰਤੀ ਆ, ਉਹ ਸਾਰਿਆਂ ਬਾਰਡਰਾਂ ਤੇ ਮਨਾਈ ਜਾਣੀ ਆ। ਦਮਨ ਦਿਵਸ ਜਿਹੜਾ ਆ ਉਹ ਵੀ ਮਨਾਵਾਂਗੇ ਵੀ ਸਰਕਾਰ ਜਿਹੜੀ ਕਿਸਾਨਾਂ ਦੇ ਉੱਤੇ ਕਿਸ ਤਰੀਕੇ ਨਾਲ ਜ਼ਬਰ ਕਰ ਰਹੀ ਆ, ਦਮਨ ਕਰ ਰਹੀ ਆ, ਉਹਦਾ ਵਿਰੋਧ ਕਰਨ ਲਈ ਵੀ ਉਸ ਦਿਨ ਮਨਾਇਆ ਜਾਊਗਾ। 27 ਤਰੀਕ ਨੂੰ ਇਹਨਾਂ ਦੀ ਕੋਈ ਮਹਾ ਰੈਲੀ ਹੋ ਰਹੀ ਆ, ਉਹਦੇ ਲਈ ਵੀ ਇਹਨਾਂ ਨੇ ਲਾਮਬੰਦੀ ਸ਼ੁਰੂ ਕੀਤੀ ਆ। ਔਰ ਉਹਨਾਂ ਨੇ ਦੱਸਿਆ ਕਿ ਸਾਰੇ ਹੀ ਪੰਜਾਬ ਦੇ ਪਲੱਸ ਬਾਕੀ ਸੂਬਿਆਂ ਦੇ ਜਿਹੜੇ ਉਹਨਾਂ ਨੂੰ ਸੱਦਾ ਪੱਤਰ ਇਸ ਤਰੀਕੇ ਨਾਲ ਦਿੱਤਾ ਆ ਕਿ ਤੁਸੀਂ 27 ਤਰੀਕ ਨੂੰ ਦਿੱਲੀ ਦੇ ਬਾਰਡਰਾਂ ਤੇ ਪਹੁੰਚਣਾ ਆ ਵੱਡੀ ਗਿਣਤੀ 'ਚ, ਕਿਉਂਕਿ ਗਿਣਤੀ ਘਟਣ ਕਰਕੇ ਤੇ ਜਿਹੜਾ ਸਰਕਾਰ ਪੱਖੀ ਮੀਡੀਆ ਉਹ ਵੀ ਚੌਕਸ ਹੋ ਗਿਆ ਆ। ਉਹਨੇ ਵਾਰ-ਵਾਰ ਉਹੀ ਦਿਖਾਉਣ ਲੱਗ ਪਿਆ ਕਿ ਉੱਥੇ ਹੁਣ ਗਿਣਤੀ ਘਟ ਰਹੀ ਆ। ਸੋ ਲਾਮਬੰਦੀ ਜਿਹੜੀ ਉਹ ਪਿੰਡ ਪੱਧਰ ਤੇ ਦੁਬਾਰਾ ਕਿਸਾਨ ਆਗੂਆਂ ਨੇ ਸ਼ੁਰੂ ਕੀਤੀ ਆ ਕਿ ਉਹ ਬਾਰਡਰਾਂ ਤੇ ਜਿਹੜੀ ਗਿਣਤੀ ਵਧਾਈ ਜਾਵੇ, ਕਿਉਂਕਿ ਬਾਰ-ਬਾਰ ਜਦੋਂ ਕਿਸਾਨਾਂ ਨੂੰ ਪੁੱਛਿਆ ਜਾਂਦਾ ਨਾ ਵੀ ਗਿਣਤੀ ਘਟ ਜਾਂਦੀ ਆ ਤਾਂ ਉਹਨਾਂ ਦਾ ਇਹ ਕਹਿਣਾ ਵੀ ਹੁੰਦਾ ਆ ਵੀ ਗਿਣਤੀਆਂ ਨਾਲ ਨਹੀਂ ਅੰਦੋਲਨ ਚੱਲਦਾ ਹੁੰਦਾ। ਪਰ ਹੁਣ ਜੇ ਗਿਣਤੀ ਵਧਾਉਣ ਵਾਲੀ ਗੱਲ ਆ ਤਾਂ ਫਿਰ ਗਿਣਤੀ ਵਧਾਉਣ ਵੀ ਲੱਗ ਪਿਆ ਵੀ ਚਲੋ ਕੋਈ ਨਹੀਂ, ਜੇ ਗਿਣਤੀ ਚੰਗੀ ਲੱਗਦੀ ਇਹਨਾਂ ਨੂੰ ਤਾਂ ਅਸੀਂ ਹੋਰ ਇੰਨੇ ਚਿਰ ਦੀ ਗਿਣਤੀ ਵਧੀ ਸੀਗੀ ਹੋਰ ਵਧਾ ਲਾਂਗੇ। ਕੁਛ ਨਾ ਕੁਛ ਕੰਮ ਉਹਨਾਂ ਦੇ ਪੈਂਦੇ ਰਹਿੰਦੇ, ਕਿਸਾਨਾਂ ਨੇ ਪਿੱਛੇ ਆ ਕੇ ਕੰਮ ਕਰਨੇ ਆ, ਫਸਲਵਾੜੀ ਵੀ ਦੇਖਣੀ ਆ, ਹੋਰ ਕਈ ਕੁਛ ਹੁੰਦਾ ਕੰਮ। ਸੋ ਹੁਣ ਇਹਨਾਂ ਦੀ 27 ਤਰੀਕ ਤੱਕ ਇਸ ਤਰ੍ਹਾਂ ਦੀ ਲਾਮਬੰਦੀ ਆ। 28 ਨੂੰ ਫੇਰ ਇਹਨਾਂ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਹ ਸਾਰੇ ਦੀ 500 ਜਥੇਬੰਦੀਆਂ ਦੇ ਜਿਹੜੇ ਆਗੂਆਂ ਦੀ ਮੀਟਿੰਗ ਆ, ਉਹ ਸਾਰਿਆਂ ਦੀ ਮੀਟਿੰਗ ਹੋਣੀ ਆ 28 ਨੂੰ। ਉਸ ਤੋਂ ਬਾਅਦ ਨਵੀਂ ਰੂਪਰੇਖਾ ਤਿਆਰ ਕਰਨਗੇ। 26 ਤਰੀਕ ਨੂੰ ਇਹਨਾਂ ਨੂੰ 3 ਮਹੀਨੇ ਪੂਰੇ ਹੋ ਜਾਣੇ ਆ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ। 26 ਨਵੰਬਰ ਦਾ ਦਿਨ ਸੀ ਜਦੋਂ ਦਿੱਲੀ ਚਲੋ ਦਾ ਪ੍ਰੋਗਰਾਮ ਐਲਾਨਿਆ ਸੀ। 26 ਨਵੰਬਰ ਤੋਂ ਲੈ ਕੇ 26 ਫਰਵਰੀ 3 ਮਹੀਨੇ ਹੋ ਜਾਣੇ ਆ। ਉਹ 3 ਮਹੀਨੇ ਵਾਲਾ ਜਿਹੜਾ ਪੂਰੇ ਹੋਣ ਦਾ ਦਿਨ ਵੀ ਕਿਸਾਨਾਂ ਨੇ ਵੱਡੇ ਪੱਧਰ ਤੇ ਮਨਾਉਣ ਦਾ ਐਲਾਨ ਕੀਤਾ, ਜਿਹਦੇ ਕਰਕੇ ਉਹਨਾਂ ਨੇ ਕਿਹਾ ਵੀ 26 ਔਰ 27 ਨੂੰ ਮਹਾ ਰੈਲੀ ਹੋਣੀ ਆ, 26 ਨੂੰ 3 ਮਹੀਨੇ ਪੂਰੇ ਹੋਣ ਦਾ ਦਿਨ ਮਨਾਉਣਾ ਆ। ਉਸ ਦਿਨ ਨੂੰ ਪੂਰੇ ਪੰਜਾਬ ਔਰ ਹੋਰ ਸੂਬਿਆਂ ਤੋਂ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਦਿੱਲੀ ਦੇ ਵਿੱਚ ਕਿਸਾਨ ਮੋਰਚਿਆਂ 'ਚ ਪਹੁੰਚਣ ਦੀ ਅਪੀਲ ਕੀਤੀ ਹੈ ਜੀ। ਤੇ ਸ਼ੇਰਗਿੱਲ ਜੀ, ਅਗਲੇ ਮੁੱਦੇ ਵੱਲ ਆਵਾਂਗੇ, ਪਰ ਇਸ ਵੇਲੇ ਵੇਲਾ ਹੈ ਬ੍ਰੇਕ ਦਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ ਹੈ। ਅਵਤਾਰ ਜੀ, ਅਗਲੇ ਮੁੱਦੇ ਵੱਲ ਆਈਏ। ਖੇਤੀ ਮੰਤਰੀ ਦਾ ਤਾਂ ਬਿਆਨ ਅਸੀਂ ਸੁਣ ਲਿਆ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ, ਤੇ ਅੱਗੋਂ ਕਿਸਾਨ ਆਗੂਆਂ ਨੇ ਵੀ ਕੋਈ ਜਵਾਬ ਦਿੱਤਾ? ਬਿਲਕੁਲ ਦਿੱਤਾ ਜੀ। ਉਹਨਾਂ ਦਾ ਸਪਸ਼ਟ ਆ ਕਿ ਜਦੋਂ ਹੁਣ ਭੀੜ ਮਹਾਪੰਚਾਇਤਾਂ ਦੇ ਰੂਪ ਵਿੱਚ ਸਰਕਾਰ ਨੂੰ ਦਿਸਣ ਲੱਗ ਪਈ ਆ ਤੇ ਉਹ ਭੀੜ ਪਰੇਸ਼ਾਨ ਕਰ ਰਹੀ ਹੈ ਇਹਨਾਂ ਨੂੰ ਜੀ। ਉਹ ਉਹਨਾਂ ਦਾ ਚਿੰਤਾ ਦਾ ਕਾਰਨ ਬਣ ਰਹੀ ਆ ਜੀ। ਵੀ ਇਹ ਤਾਂ ਸਿਰਫ ਪੰਜਾਬ ਦਾ ਹੀ ਕਹਿ ਰਹੇ ਸੀਗੇ, ਹੁਣ ਮੱਧ ਪ੍ਰਦੇਸ਼ 'ਚ ਵੀ ਹੋ ਰਹੀ ਆ, ਰਾਜਸਥਾਨ ਤੇ ਵੀ ਹੋ ਰਹੀ ਆ, ਯੂਪੀ ਦੇ ਵਿੱਚ ਵੀ ਹੋ ਰਹੀਆਂ, ਫਿਰ ਉਸ ਤੋਂ ਬਾਅਦ ਮਹਾਰਾਸ਼ਟਰ ਵਗੈਰਾ ਜੇ ਹਜੇ ਕਰੋਨਾ ਕਰਕੇ ਨਹੀਂ ਹੋਈਆਂ ਪਰ ਹੋਣੀਆਂ ਉੱਥੇ ਵੀ ਆ, ਹੋਰਨਾਂ ਸੂਬਿਆਂ 'ਚ ਵੀ ਹੋਣੀਆਂ ਆ। ਸੋ ਇਹ ਉਹ ਕਿਸਾਨ ਆਗੂਆਂ ਦਾ ਜਵਾਬ ਆ ਵੀ ਭੁਲੇਖਾ ਕੱਢ ਦੇਣ ਵੀ ਤੁਹਾਡੇ ਇਹੋ ਜਿਹੇ ਕਹਿਣ ਨਾਲ ਭੀੜ ਘਟ ਜਾਊਗੀ। ਇਹ ਭੀੜ ਸਮਾਂ ਹੋਰ ਵੱਧ ਰਹੀ ਆ, ਇਹ ਜਨ ਅੰਦੋਲਨ ਬਣ ਚੁੱਕਾ ਆ ਤੇ ਹੌਲੀ ਹੌਲੀ ਹੋਰਨਾਂ ਸੂਬਿਆਂ ਦੇ ਵਿੱਚ ਵੀ ਪੂਰੀ ਤਰ੍ਹਾਂ ਫੈਲ ਰਿਹਾ। ਸੋ ਇਹ ਭੀੜ ਨੂੰ ਦੇਖ ਕੇ ਸਰਕਾਰ ਦੀ ਜਿਹੜੀ ਆ ਉਹ ਬੁਖਲਾਹਟ ਕਹਿੰਦੇ ਨਜ਼ਰ ਆਉਂਦੀ ਆ। ਕਿਸਾਨ ਆਗੂਆਂ ਦਾ ਕਹਿਣਾ ਆ ਵੀ ਇਹ ਭੀੜ ਨੂੰ ਦੇਖ ਕੇ ਸਰਕਾਰ ਬੁਖਲਾ ਗਈ ਆ, ਇਸ ਕਰਕੇ ਉਹਨਾਂ ਨੇ ਹੁਣ ਇਹਨੂੰ ਦੇਤਾ ਵੀ ਭੀੜ ਇਕੱਠੀ ਕਰਨ ਨਾਲ ਇਦਾਂ ਨਹੀਂ ਹੋਊਗਾ। ਉਹਨਾਂ ਦਾ ਕਹਿਣਾ ਕਿਸਾਨਾਂ ਦਾ ਇਹੀ ਆ ਵੀ ਆਪੇ ਜੋ ਮਰਜ਼ੀ ਕਹਿ ਲੈਂਦੇ ਆ, ਆਪੇ ਮੁੜ ਕੇ ਯੂ ਟਰਨ ਲੈ ਲੈਂਦੇ ਆ। ਸੋ ਇਹਨਾਂ ਦੇ ਬਿਆਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਕਿਸਾਨਾਂ ਦਾ ਅੰਦੋਲਨ ਪਹਿਲਾਂ ਨਾਲੋਂ ਵੀ ਤਿੱਖਾ ਹੋਊਗਾ ਤੇ ਖੇਤੀ ਕਾਨੂੰਨ ਵਾਪਸ ਲੈ ਕੇ ਹੀ ਮੁੜਾਂਗੇ। ਜੇ ਆਪਾਂ ਬਰਨਾਲੇ ਮਹਾਪੰਚਾਇਤ ਦੀ ਗੱਲ ਕਰੀਏ ਤਾਂ ਉੱਥੇ ਵੀ ਉਹਨਾਂ ਦਾ ਇਹ ਸੀ ਵੀ ਹੁਣ ਤਾਂ ਅਸੀਂ ਖੇਤੀ ਕਾਨੂੰਨ ਵਾਪਸ ਲੈ ਕੇ ਹੀ ਜਾਵਾਂਗੇ, ਨਹੀਂ ਤਾਂ ਸਾਡੀਆਂ ਇੱਥੋਂ ਲਾਸ਼ਾਂ ਜਾਣਗੀਆਂ। ਇਸ ਹੱਦ ਤੱਕ ਜਿਹੜਾ ਕਿਸਾਨ ਅੰਦੋਲਨ ਗਿਆ ਹੋਇਆ ਆ। ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਇਹੋ ਜਿਹੇ ਬਿਆਨਬਾਜ਼ੀ ਤੋਂ ਬਚ ਕੇ ਕਿਸਾਨਾਂ ਦੇ ਮਸਲੇ ਦਾ ਜਿੰਨੀ ਜਲਦੀ ਹੱਲ ਹੋ ਸਕਦਾ ਹੋਵੇ ਕਰਨਾ ਚਾਹੀਦਾ ਜੀ। ਤੇ ਅਵਤਾਰ ਜੀ, ਇੱਕ ਥਾਂ ਤੇ ਕਿਸੇ ਕਿਸਾਨ ਨੇ ਆਪਣੀ ਫਸਲ ਵੀ ਵਾਹ ਦਿੱਤੀ ਹੈ, ਉਹਨੇ ਭਲਾ ਫਸਲ ਕਿਉਂ ਵਾਹੀ? ਦੇਖੋ, ਆਪੋ ਆਪਣੇ ਤਰੀਕੇ ਨਾਲ ਰੋਸ ਹਰੇਕ ਕੋਈ ਦਰਸਾ ਰਿਹਾ, ਹਰੇਕ ਕੋਈ ਵਿਰੋਧ ਪ੍ਰਗਟ ਕਰ ਰਿਹਾ। ਜੀਂਦ ਔਰ ਭਵਾਨੀ ਦੀ ਘਟਨਾ ਆ ਜਿੱਥੇ ਖੜੀ ਫਸਲ ਕਿਸਾਨਾਂ ਨੇ ਵਾਹ ਦਿੱਤੀ ਆ। ਇਸੇ ਰੋਸ ਦੇ ਵਿੱਚ
ਬਈ ਇਹ ਖੇਤੀ ਕਾਨੂੰਨ ਜਿਹੜੇ ਬਣਾਏ ਆ ਉਹ ਕਿਸਾਨ ਮਾਰੂਗਾ, ਕਿਸਾਨਾਂ ਨੂੰ ਤਬਾਹ ਕਰ ਦੂਗੇ। ਵੀ ਜਦੋਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਕਿਸਾਨ ਨਹੀਂ ਬਚੂਗਾ, ਕਿਸਾਨ ਦੀ ਫਸਲ ਨਹੀਂ ਬਚੂਗੀ, ਤੇ ਹੁਣ ਅਸੀਂ ਇਸ ਫਸਲ ਨੂੰ ਰੱਖ ਕੇ ਜਾਂ ਇਹਨੂੰ ਤਿਆਰ ਕਰਕੇ ਜਾਂ ਇਹਦੀ ਵਾਹੀ ਕਰਕੇ ਅਸੀਂ ਕੀ ਲੈਣਾ। ਉਹ ਆਪੋ ਆਪਣੇ ਤਰੀਕੇ ਨਾਲ ਹੁੰਦਾ ਆ, ਪਰ ਜਿਹੜਾ ਖਤਰਨਾਕ ਤਰੀਕਾ ਕਿਸਾਨਾਂ 'ਚ ਉਹ ਨਹੀਂ ਹੋਣਾ ਚਾਹੀਦਾ, ਉਹ ਹੈਗਾ ਖੁਦਕੁਸ਼ੀ ਦਾ। ਆਪਾਂ ਦੇਖਦੇ ਹਾਂ ਵੀ ਪਿਛਲੇ 1-2 ਦਿਨ ਪਹਿਲਾਂ ਦਸੂਹੇ ਦੇ ਵਿੱਚ ਪਿਓ ਪੁੱਤ ਦੋਨਾਂ ਨੇ ਕਿਸਾਨ ਸੀਗੇ ਤਾਂ ਉਹਨਾਂ ਨੇ ਖੁਦਕੁਸ਼ੀ ਕਰ ਲਈ, ਔਰ ਖੁਦਕੁਸ਼ੀ ਨੋਟ ਜਿਹੜੇ ਦੋਨਾਂ ਨੇ ਲਿਖੇ ਆ ਉਹਨਾਂ ਦੇ ਵਿੱਚ ਸਾਫ਼ ਲਿਖਿਆ ਵੀ ਅਸੀਂ 1 ਏਕੜ ਤੱਕ ਦੇ ਮਾਲਕ ਆ, ਕੋਈ ਬਹੁਤੇ ਵੱਡੇ ਕਿਸਾਨ ਹੈ ਨਹੀਂ। ਸਾਡਾ ਕਰਜ਼ਾ ਜਿਹੜਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਵੇਲੇ ਮੁਆਫੀ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਹਜੇ ਤੱਕ ਪੂਰਾ ਨਹੀਂ ਹੋਇਆ, ਸਾਡੇ ਕਰਜ਼ੇ ਮਾਫ ਨਹੀਂ ਹੋਏ, ਉਦੋਂ ਤੋਂ ਵੀ ਪਰੇਸ਼ਾਨ ਸੀਗੇ। ਨਾਲ ਉਹਨਾਂ ਨੇ ਕਿਹਾ ਵੀ ਹੁਣ ਇਹ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮਾਰਨ ਲਈ ਇਹ ਖੇਤੀ ਕਾਨੂੰਨ ਲੈ ਆਂਦੇ ਆ। 3 ਮਹੀਨੇ ਹੋ ਗਏ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਬੈਠਿਆਂ ਨੂੰ, ਵੀ ਬਹੁਤ ਮਨ ਨੂੰ ਪਰੇਸ਼ਾਨੀ ਹੋਈ ਆ ਵੀ ਸਰਕਾਰ ਸੁਣ ਨਹੀਂ ਰਹੀ ਕਿਸਾਨਾਂ ਦੀ, ਇਹ ਕਾਨੂੰਨ ਵਾਪਸ ਨਹੀਂ ਲੈ ਰਹੀ। ਇਹ ਤੋਂ ਦੁਖੀ ਹੋ ਕੇ ਅਸੀਂ ਇਹ ਖੁਦਕੁਸ਼ੀ ਕਰ ਰਹੇ ਹਾਂ। 2 ਨੋਟ ਆ, ਦੋਨਾਂ ਨੋਟਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਨਾਂ ਆ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਨਾਂ ਆ, ਪਰ ਇਹ ਰੁਝਾਨ ਜਿਹੜਾ ਹੈ ਸਹੀ ਨਹੀਂ ਹੈ। ਆਪਾਂ ਬਹੁਤ ਵਾਰੀ ਕਿਹਾ ਵੀ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ। ਜਿੰਦਾਦਿਲੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਹੌਸਲੇ ਜਿੱਤਦੇ ਹੁੰਦੇ ਆ, ਕਦੇ ਵੀ ਹੌਸਲਿਆਂ ਨਾਲ ਹੀ ਕੋਈ ਜੰਗ ਕੋਈ ਅੰਦੋਲਨ ਜਿੱਤਿਆ ਜਾ ਸਕਦਾ। ਜੇ ਆਪਾਂ ਇਹੋ ਜਿਹੇ ਹੌਸਲੇ ਢਾਉਣ ਲੱਗ ਪੈਣਗੇ ਤਾਂ ਫਿਰ ਉਹਦਾ ਅਸਰ ਉਲਟ ਜਾਂਦਾ। ਪਰ ਇਹ ਕਦੀ ਵੀ ਨਹੀਂ ਕਰਨਾ ਚਾਹੀਦਾ ਕਿ ਖੁਦਕੁਸ਼ੀ ਕੀਤੀ ਜਾਵੇ, ਸਗੋਂ ਜਿੰਦਾ ਦਿਲ ਹੋ ਕੇ ਤਕੜੇ ਹੋ ਕੇ ਜਿਸ ਅੰਦੋਲਨ 'ਚ ਗਏ ਆ ਉਸ ਅੰਦੋਲਨ ਵਿੱਚ ਰਹਿ ਕੇ ਮੋਰਚੇ ਸੰਭਾਲ ਕੇ ਡਟ ਕੇ ਲੜਾਈ ਲੜਨੀ ਚਾਹੀਦੀ ਆ। ਸੋ ਇਹ ਵੱਖ-ਵੱਖ ਤਰੀਕੇ ਨਾਲ ਕਿਸਾਨ ਆਪਣਾ ਰੋਸ ਪ੍ਰਗਟਾ ਰਹੇ ਆ, ਕੋਈ ਫਸਲ ਵਾਰਿਆ ਤੇ ਕੋਈ ਜੇ ਆਪਾਂ ਦੇਖੀਏ ਤਾਂ ਟਕੈਤ ਆ, ਰਕੇਸ਼ ਟਕੈਤ ਆ, ਉਹ ਤਾਂ ਉੱਥੇ ਹੀ ਉਹਨੇ ਖੇਤੀ ਬਣਾ ਲਈ ਆ। ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਉੱਥੇ ਉਹ ਹਲ ਵਾਹੁਣ ਲੱਗ ਪਿਆ, ਮੱਕਾ ਬੀਜਣਾ ਤੇ ਜੌਂ ਬੀਜਣਾ ਆ। ਸੋ ਇਹ ਤਰੀਕਾ ਵੱਖ-ਵੱਖ ਆ, ਪਰ ਉਹਨੂੰ ਸ਼ਾਂਤਮਈ ਤਰੀਕੇ ਨਾਲ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਦਾ ਰੂਪ ਦਿੱਤਾ ਜਾਵੇ, ਨਾ ਕਿ ਖੁਦਕੁਸ਼ੀਆਂ ਵੱਲ ਨੂੰ ਜਾਣਾ ਚਾਹੀਦਾ। ਤੇ ਚੇਨਈ ਦੇ ਵਿੱਚ ਇੱਕ ਪੇਪਰ ਦਾ ਰੌਲਾ ਪਿਆ, ਉਹ ਭਲਾ ਕਿਹੜਾ ਪੇਪਰ ਹੈ ਤੇ ਕਿਉਂ ਰੌਲਾ ਉੱਤੇ? ਚੇਨਈ ਦੇ ਇੱਕ CBSE ਸਕੂਲ 'ਚ 10ਵੀਂ ਦੇ ਪੇਪਰ ਦੇ ਵਿੱਚ ਇੱਕ ਸਵਾਲ ਆ ਗਿਆ। ਸਵਾਲ 'ਚ ਉਹਨਾਂ ਨੇ ਲਿਖਿਆ ਫਿਰ ਲੈਟਰ ਟੂ ਐਡੀਟਰ, ਕਿ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਿਆ ਜਾਵੇ, ਔਰ ਉਹਦੇ ਵਿੱਚ ਕਿਹਾ ਵੀ ਜੋ ਅੰਦੋਲਨਕਾਰੀ ਕਿਸਾਨ ਆ ਉਹਨਾਂ ਨੂੰ ਹਿੰਸਕ ਦੱਸਿਆ ਗਿਆ, ਵਾਇਲੈਂਟ ਦੱਸਿਆ ਗਿਆ। ਉਹਨੂੰ ਲੈ ਕੇ ਬੜਾ ਬਵਾਲ ਮਚਿਆ ਆ ਵੀ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਲਈ ਕਹਿ ਰਹੀ ਆ, ਦੂਜੇ ਪਾਸੇ ਉਹਨਾਂ ਦਾ ਪ੍ਰਚਾਰ ਪੰਜਾਬ ਤੋਂ ਦੂਜੇ ਖੂੰਜੇ ਸਿੱਧੇ ਦੱਖਣ ਵੱਲ ਨੂੰ, ਉੱਥੇ CBSE ਦਾ ਇੱਕ ਪ੍ਰਸ਼ਨ ਪੱਤਰ ਆ ਰਿਹਾ, ਉਹਦੇ ਵਿੱਚ ਤੁਸੀਂ ਕਿਸਾਨਾਂ ਨੂੰ, ਅੰਦੋਲਨਕਾਰੀਆਂ ਨੂੰ, ਸੰਘਰਸ਼ੀਲ ਕਿਸਾਨਾਂ ਨੂੰ ਇੱਕ ਹਿੰਸਕ ਦਾ ਰੂਪ ਦੇ ਰਹੇ ਆ, ਹਿੰਸਕ ਦੱਸ ਰਹੇ ਆ। ਔਰ ਉੱਥੋਂ ਦੇ 10ਵੀਂ ਪੜ੍ਹਨ ਵਾਲੇ ਬੱਚਿਆਂ ਦੇ ਮਨ 'ਚ ਕੀ ਆਊਗਾ ਵੀ ਜਿਹੜੇ ਕਿਸਾਨ ਵਾਕਈ ਹਿੰਸਕ ਆ। ਉਹਨਾਂ ਦੇ ਵਿੱਚ 26 ਜਨਵਰੀ ਦੀ ਘਟਨਾ ਨੂੰ ਲੈ ਕੇ ਜੋੜਿਆ ਗਿਆ ਨਾਲ ਵੀ ਇਹਨਾਂ ਨੇ ਆਹ ਕੁਛ ਕੀਤਾ, ਉੱਥੇ ਇਦਾਂ ਕੀਤੇ ਤੇ ਇਹ ਹਿੰਸਕ ਰੂਪ ਧਾਰ ਰਿਹਾ ਹੈ, ਅੰਦੋਲਨ ਜਿਹੜਾ ਆ ਹਿੰਸਕ ਲੋਕਾਂ ਦਾ ਆ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਸੁਝਾਅ ਦਿਓ ਅਜਿਹੇ ਹਿੰਸਕ ਅਨਸਰਾਂ ਨਾਲ ਕਿਵੇਂ ਨਜਿੱਠਿਆ ਜਾਵੇ। ਦੇਖੋ ਸਰਕਾਰ ਦੀ ਕਿੰਨੀ ਗੈਰ ਜ਼ਿੰਮੇਵਾਰਾਨਾ ਕਾਰਵਾਈ ਆ ਕਿ 10ਵੀਂ ਪੜ੍ਹਨ ਵਾਲੇ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਅੰਨਦਾਤਾ ਦੀ ਤਸਵੀਰ ਕਿਵੇਂ ਪੇਸ਼ ਕੀਤੀ ਜਾ ਰਹੀ ਆ। ਇਹ ਸਰਕਾਰ ਨੂੰ ਸੋਚਣਾ ਪਊਗਾ ਵੀ ਇੱਕ ਪਾਸੇ ਤੁਸੀਂ ਅੰਨਦਾਤਾ ਕਹਿ ਰਹੇ ਆ, ਦੂਜੇ ਪਾਸੇ ਉਹਨੂੰ ਹਿੰਸਕ ਕਹਿ ਰਹੇ ਆ, ਤੇ ਉਹਨਾਂ ਦੀ ਗੱਲ ਮੰਨਣ ਦੀ ਬਜਾਏ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਚਾਰ ਰਹੇ ਆ ਵੀ ਇਹ ਤਾਂ ਸਾਰੇ ਬੰਦੇ ਹਿੰਸਕ ਆ। ਜਦ ਕਿ ਸਾਡੇ ਜਿੰਨੇ ਵੀ ਕਿਸਾਨ ਆਗੂ ਆ, ਜਥੇਬੰਦੀਆਂ ਦੇ ਆਗੂ ਆ, ਉਹਨਾਂ ਦਾ ਮੰਤਰ ਇੱਕੋ ਹੀ ਸੀਗਾ ਵੀ ਸ਼ਾਂਤਮਈ ਰਹਾਂਗੇ ਤਾਂ ਅੰਦੋਲਨ ਜਿੱਤ ਜਾਾਂਗੇ, ਹਿੰਸਕ ਹੋਵੇ ਤਾਂ ਹਾਰ ਜਾਾਂਗੇ ਤਾਂ ਸਰਕਾਰ ਜਿੱਤ ਜਾਊਗੀ। ਉਸ ਦੇ ਬਾਵਜੂਦ ਵੀ ਇਹੋ ਜਿਹਾ ਪ੍ਰਚਾਰ ਕਰਨਾ, ਔਰ ਯੰਗ ਜਨਰੇਸ਼ਨ ਜਿਹੜੀ ਵਿਦਿਆਰਥੀ ਵਰਗ ਆ, 10ਵੀਂ ਦਾ ਬੱਚਾ ਜਿਹੜਾ 15-16 ਸਾਲ ਦੀ ਉਮਰ ਦਾ ਹੁੰਦਾ ਆ, ਬਹੁਤ ਕੱਚੀ ਉਮਰ 'ਚ ਹੁੰਦਾ, ਤਾਂ ਉਹਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ ਇਹੋ ਜਿਹੀ ਗੱਲ ਭਰਨੀ ਉਹ ਕਿੰਨੀ ਕੁ ਜਾਇਜ਼ ਆ ਸਰਕਾਰ ਨੂੰ। ਜਾਂ ਜਿਹੜਾ CBSE ਬੋਰਡ ਆ ਸਰਕਾਰ ਦੇ ਅੰਡਰ ਹੀ ਆਉਂਦਾ ਆ, ਇਹਨਾਂ ਦਾ ਹੀ ਜਿਹੜਾ ਮੰਤਰਾਲੇ ਦੇ ਅੰਦਰ ਆਉਂਦਾ ਆ, ਤੇ ਉਹਨੇ ਇਹ ਤਰੀਕੇ ਨਾਲ ਸਵਾਲ ਕਿਵੇਂ ਪੈਦਾ ਕੀਤੇ, ਕਿਵੇਂ ਤਿਆਰ ਕੀਤਾ ਗਿਆ, ਇਹਦੇ ਤੇ ਸਵਾਲ ਉੱਠਦੇ ਆ। ਸਰਕਾਰ ਨੂੰ ਉਹਦੇ ਪ੍ਰਤੀ ਕਾਰਵਾਈ ਕਰਨੀ ਚਾਹੀਦੀ ਆ। ਇਹਨੂੰ ਲੈ ਕੇ ਅਕਾਲੀ ਦਲ ਦੀ ਜਿਹੜੇ ਆਗੂ ਆ, ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰ ਤੇ ਨਿਸ਼ਾਨਾ ਸਾਧਿਆ ਵੀ ਪਹਿਲਾਂ ਨਕਸਲੀ, ਵੱਖਵਾਦੀ, ਖਾਲਿਸਤਾਨੀ, ਜੋ ਨਾ ਸੋ ਇਹਨਾਂ ਦੇ ਮੂੰਹ 'ਚ ਆਇਆ ਉਹੀ ਬੋਲੀ ਗਏ। ਅੰਦੋਲਨ ਦੇ ਵਿੱਚ ਪਰਜੀਵੀ ਵੀ ਕਹਿਤਾ ਗਿਆ, ਅੰਦੋਲਨ ਜੀਵੀ ਵੀ ਕਹਿਤਾ ਗਿਆ। ਹੁਣ ਇਹਨਾਂ ਤੋਂ ਜਿਹੜੀ ਗੱਲ ਗਾਹਾਂ ਵੱਧ ਗਈ ਵੀ ਉਹਨਾਂ ਨੇ ਇੱਕ ਪ੍ਰਸ਼ਨ ਪੱਤਰ ਜਿਹੜਾ ਸਕੂਲ ਦਾ ਆਇਆ, ਉਹਦੇ ਵਿੱਚ ਹੀ ਕਿਸਾਨਾਂ ਤੇ ਹਿੰਸਕ ਦਾ ਰੂਪ ਧਾਰਨ ਵਾਲੇ ਬੰਦੇ ਦੱਸ ਕੇ ਉਹਨਾਂ ਨਾਲ ਨਜਿੱਠਣ ਦੇ ਉਹਨਾਂ ਦੇ ਸੁਝਾਅ ਪੁੱਛੇ ਆ ਵੀ ਉਹਦਾ ਜਿਹੜਾ ਜਵਾਬ ਤੁਸੀਂ ਇਹਦਾ ਦਿਓ।
ਇਹ ਬਹੁਤ ਗੈਰ ਜ਼ਿੰਮੇਵਾਰਾਨਾ ਸਰਕਾਰ ਦੀ ਕਾਰਵਾਈ ਹੋਊ। ਮਤਲਬ ਸਿੱਧੀ ਹੈ ਕਿ ਵਖਰੇਵਾਂ ਪਾ ਕੇ ਅੰਦੋਲਨ ਨੂੰ ਤੋੜਿਆ ਜਾਵੇ। ਬਿਲਕੁਲ ਜੀ, ਜਿਵੇਂ ਹੁਣ ਪ੍ਰਚਾਰ ਜੇ ਕਿਸਾਨ ਕਰਦੇ ਆ ਤੇ ਉਹਦਾ ਪ੍ਰਚਾਰ ਤੋੜਨ ਲਈ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਵੀ ਇਹ ਜਿਹੜੇ ਅਸੀਂ ਸਹੀ ਆ, ਕਿਸਾਨ ਗਲਤ ਆ, ਉਹ ਹਿੰਸਕ ਰੂਪ ਧਾਰ ਰਹੇ ਆ, ਲਾਲ ਕਿਲਾ ਹਿੰਸਾ ਕੀਤੀ ਆ, ਫਲਾਨਾ ਜੋ ਵੀ ਹੈਗਾ ਉਹਨਾਂ ਦਾ ਇਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ। ਵਿਦਿਆਰਥੀ ਵਰਗ ਜਿਹੜਾ ਨੌਜਵਾਨ ਵਰਗ ਆ ਉਹਦਾ ਦਿਮਾਗ ਜਿਹੜਾ ਆ ਉਹ ਬੜੀ ਛੇਤੀ ਇਹੋ ਜਿਹੀਆਂ ਗੱਲਾਂ ਗ੍ਰੈਬ ਕਰਦਾ ਜਿੱਦਾਂ ਦੀਆਂ ਉਹਦੇ ਮੂਹਰੇ ਪਰੋਸ ਕੇ ਦਿੱਤੀਆਂ ਜਾਂਦੀਆਂ ਤੇ ਸਰਕਾਰ ਨੇ ਉਹ ਢੰਗ ਤਰੀਕਾ ਅਪਣਾਇਆ ਜਿਹੜਾ ਕਿ ਬਹੁਤ ਨਿੰਦਣਯੋਗ ਹੈ ਜੀ। ਤੇ ਗੱਲ ਚੇਨਈ ਦੀ ਵੀ ਕਰਦੇ ਆ, ਪੱਛਮੀ ਬੰਗਾਲ ਦੇ ਵਿੱਚ CBI ਬੜੀ ਸਰਗਰਮ ਹੋ ਗਈ ਹੈ। ਇਹ ਕੀ ਵਜ੍ਹਾ ਹਜੇ ਇਲੈਕਸ਼ਨ ਦਾ ਐਲਾਨ ਤਾਂ ਹੋਇਆ ਨਹੀਂ। ਬਿਲਕੁਲ ਜੀ, ਜਦੋਂ ਇਲੈਕਸ਼ਨ ਆਉਣ ਵਾਲੀਆਂ ਹੋਣ ਤਾਂ ਸਰਕਾਰ ਦੀਆਂ ਏਜੰਸੀਆਂ ਵੀ ਸਰਗਰਮ ਹੋ ਜਾਂਦੀਆਂ ਹਨ ਜੀ। ਤੇ ਆਪਾਂ ਜਦੋਂ ਮਨਮੋਹਨ ਸਿੰਘ ਸਰਕਾਰ ਹੁੰਦੀ ਸੀ ਉਦੋਂ ਭਾਜਪਾ ਦੇ ਹੀ ਇੱਕ ਆਗੂ ਨੇ CBI ਨੂੰ ਸਰਕਾਰ ਦਾ ਪਿੰਜਰੇ ਦਾ ਤੋਤਾ ਕਿਹਾ ਸੀਗਾ ਤੇ ਉਹ ਹੁਣ ਪਿੰਜਰੇ ਦਾ ਤੋਤਾ ਉਹ ਇਹਨਾਂ ਕੋਲ ਆ ਗਿਆ ਹੁਣ ਭਾਜਪਾ ਵਾਲੇ ਸਰਕਾਰਾਂ ਕੋਲ। ਤੇ ਜਿੱਧਰ ਜੀ ਕਰਦਾ ਜਦੋਂ ਦੇਖਦੇ ਆ ਪਏ ਚੋਣਾਂ ਆਉਣੀਆਂ ਕੋਈ ਵਾਹੋਦਾਹੀ ਪਈ ਆ ਕਿ ਹੱਥ ਪੱਲੇ ਪੈਂਦਾ ਨਹੀਂ ਤਾਂ ਏਜੰਸੀਆਂ ਸਰਗਰਮ ਹੋ ਜਾਂਦੀਆਂ। ਉਹਦੇ ਵਿੱਚ ED ਵੀ ਆ ਜਾਂਦੀ ਆ, CBI ਵੀ ਆ ਜਾਂਦੀ ਆ, ਹੋਰ ਬਹੁਤ ਸਾਰੀਆਂ ਏਜੰਸੀਆਂ ਆ ਜਾਂਦੀਆਂ। ਹੁਣ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋਣੀਆਂ, BJP ਦਾ ਜ਼ੋਰ ਲੱਗਾ ਹੋਇਆ ਪੂਰਾ ਵੀ ਅਸੀਂ ਉਹ ਸੱਤਾ ਹਥਿਆਉਣੀ ਕਿਸੇ ਤਰ੍ਹਾਂ ਹਥਿਆਈਏ। ਮਮਤਾ ਬੈਨਰਜੀ ਦਾ ਜ਼ੋਰ ਲੱਗਾ ਵੀ ਮੈਂ ਆਪਣੀ ਸੱਤਾ ਬਰਕਰਾਰ ਰੱਖਣੀ ਆ ਜਿਹੜੀ ਪਿਛਲੇ 15-20 ਸਾਲਾਂ ਤੋਂ ਚੱਲੀ ਆ ਰਹੀ ਸਰਕਾਰ ਉਹਦੀ। ਉਹਦੇ ਵਿੱਚ ਹੁਣ ਇਹਨਾਂ ਨੇ ਇੱਕ ਕੋਲਾ ਘੁਟਾਲੇ ਦਾ ਮਾਮਲਾ ਜਿਹੜਾ ਉਹ ਕਹਿੰਦੇ ਤਾਂ ਸਤੰਬਰ 2020 ਦਾ ਆ ਪਰ ਉਹਨੂੰ 6 ਮਹੀਨੇ ਲੱਗ ਗਏ ਜੀ ਛਾਪੇਮਾਰੀ ਕਰਨ ਨੂੰ। ਅੱਛਾ ਜੀ। ਮਾਮਲਾ ਹੁਣ ਕੱਢਿਆ ਇਹਨਾਂ ਨੇ। ਕੱਢਿਆ ਵੀ ਕਿਉਂ? ਆਪਾਂ 2 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਉਹੀ ਮਮਤਾ ਦੇ ਭਤੀਜੇ ਨੇ ਅਮਿਤ ਸ਼ਾਹ ਦੇ ਉੱਤੇ ਇੱਕ ਮਾਨਹਾਨੀ ਦਾ ਕੇਸ ਕਰਤਾ ਸੀ ਜਿਹਨੂੰ ਲੈ ਕੇ ਬੰਗਾਲ ਦੀ ਕਲਕੱਤਾ ਦੀ ਅਦਾਲਤ ਨੇ ਨੋਟਿਸ ਵੀ ਜਾਰੀ ਕੀਤਾ ਅਮਿਤ ਸ਼ਾਹ ਨੂੰ। ਹੁਣ ਇਹਨੂੰ ਜੇ ਆਪਾਂ ਸਿਆਸੀ ਰੰਜਿਸ਼ ਵਜੋਂ ਦੇਖੀਏ ਤਾਂ ਵੀ ਗੱਲ ਸਹੀ ਲੱਗਦੀ ਆ ਕਿਉਂਕਿ ਉਹਨਾਂ ਨੇ ਜਦੋਂ ਨੋਟਿਸ ਜਾਰੀ ਕੀਤਾ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰਾਲਾ ਅਮਿਤ ਸ਼ਾਹ ਕੋਲ, ਗ੍ਰਹਿ ਮੰਤਰੀ ਏਜੰਸੀਆਂ ਸਾਰੀਆਂ ਗ੍ਰਹਿ ਮੰਤਰੀ ਕੋਲ ਹੁੰਦੀਆਂ ਤਾਂ ਕੁਦਰਤੀ ਆਪੇ ਉਹਦਾ ਜਿਹੜਾ ਰੈਸੀਪ੍ਰੋਕਲ ਜਿਹੜਾ ਰਿਐਕਸ਼ਨ ਹੋਣਾ ਸੀਗਾ ਤੇ ਉਹਨੂੰ ਲੈ ਕੇ ਉਹਨਾਂ ਨੇ CBI ਉਹਦੇ ਘਰ ਪਹੁੰਚ ਗਈ, ਉਹਦੀ ਘਰਵਾਲੀ ਨੂੰ, ਉਹਦੀ ਘਰਵਾਲੀ ਦੀ ਭੈਣ ਨੂੰ, ਇਹਨਾਂ ਸਾਰਿਆਂ ਨੂੰ ਨੋਟਿਸ ਥਮਾ ਦਿੱਤੇ ਵੀ ਆਹ ਕੋਲਾ ਘੁਟਾਲਾ ਆ, ਇਹਦੇ ਵਿੱਚ ਤੁਹਾਡੇ ਤੋਂ ਪੁੱਛਗਿੱਛ ਹੋਣੀ ਆ, ਪੁੱਛਗਿੱਛ ਕਰਨੀ ਆ। ਨਾਲੇ ਵੀ ਕਹਿਤਾ ਵੀ ਜੇ ਤੁਹਾਨੂੰ ਦਿੱਲੀ ਆਉਣ ਦੀ ਲੋੜ ਨਹੀਂ ਅਸੀਂ ਆਪੇ ਆ ਕੇ ਇੱਥੇ ਪੁੱਛਗਿੱਛ ਕਰ ਲਾਂਗੇ। ਅੱਛਾ ਜੀ। ਇਹ ਵੀ CBI ਨੇ ਕਹਿਤਾ ਵੀ ਅਸੀਂ ਆਪੇ ਇੱਥੇ ਪੁੱਛਗਿੱਛ ਕਰ ਲਾਂਗੇ। ਹੁਣ ਦੇਖੋ ਮਮਤਾ ਬੈਨਰਜੀ ਦੇ ਨਾਲ ਜਦੋਂ ਮਮਤਾ ਬੈਨਰਜੀ ਦੇ ਇਹੋ ਜਿਹੀ ਟੱਕਰ ਨਹੀਂ ਲੈ ਹੁੰਦੀ ਤਾਂ ਫਿਰ ਪਰਿਵਾਰ ਦੇ ਉੱਤੇ ਹਮਲਾ ਸ਼ੁਰੂ ਹੋ ਜਾਂਦਾ। ਇਹ ਮਮਤਾ ਦਾ ਸਾਰਾ ਪਰਿਵਾਰ ਹੀ ਘੇਰ ਲਿਆ, ਭਰਾ ਦਾ ਹੋਇਆ, ਇਹ ਭੈਣ ਦਾ ਹੋਇਆ, ਇੱਕੋ ਗੱਲ ਆ। ਤੇ ਉਹ ਮਮਤਾ ਨੇ ਵੀ ਜਦੋਂ ਇੱਕ ਕਹਿ ਦਈਏ ਚੇਤਾਵਨੀ ਦਿੱਤੀ ਸੀ ਅਮਿਤ ਸ਼ਾਹ ਨੂੰ, ਕਹਿੰਦੇ ਪਹਿਲਾਂ ਮੇਰੇ ਭਤੀਜੇ ਤੋਂ, ਅਭਿਸ਼ੇਕ ਬੈਨਰਜੀ ਉਹਦਾ ਨਾਂ ਆ, ਤਾਂ ਪਹਿਲਾਂ ਮੇਰੇ ਭਤੀਜੇ ਤੋਂ ਜਿੱਤ ਲਓ ਫਿਰ ਮੇਰੇ ਵੱਲ ਨੂੰ ਆਇਓ। ਅੱਛਾ ਜੀ। ਸੋ ਉਹਨਾਂ ਦਾ ਅਭਿਸ਼ੇਕ ਬੈਨਰਜੀ ਦਾ ਵੀ ਹੁਣ ਬਿਆਨ ਆਇਆ ਵੀ ਉਹ ਕਹਿੰਦਾ ਵੀ ਇਹੋ ਜਿਹੇ ਜਿਹੜੇ ਦਮਗੱਜੇ ਤੁਹਾਡੇ ਆ ਜਾਂ ਡਰਾਵੇ ਆ ਇਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ। ਅਸੀਂ ਪਹਿਲਾਂ ਵੀ ਇਦਾਂ ਸੀਗੇ ਤਾਂ ਹੁਣ ਵੀ ਇਦਾਂ ਹੀ ਆ, ਤਾਂ ਸਾਨੂੰ ਤੁਹਾਡੀਆਂ ਏਜੰਸੀਆਂ ਕੁਝ ਨਹੀਂ ਕਰ ਸਕਦੀਆਂ, ਨਾ ਤੁਹਾਡੇ ਡਰਾਉਣ ਤੋਂ ਅਸੀਂ ਡਰ ਸਕਦੇ ਆ, ਤੇ ਜੋ ਮਰਜ਼ੀ ਤੁਹਾਡਾ ਜੀ ਆਇਆ ਕਰ ਲਓ। ਆਉਂਦੇ ਸਮੇਂ ਦੇ ਵਿੱਚ ਹੁਣ ਉਹ ਕੋਲਾ ਘੁਟਾਲੇ ਦੇ ਕਿੱਥੋਂ ਤੱਕ ਗੱਲ ਜਾਂਦੀ ਆ, ਭਾਜਪਾ ਵਾਲੇ ਕਹਿ ਰਹੇ ਆ ਵੀ ਨਹੀਂ ਇਹਦੀ ਟਾਈਮਿੰਗ ਤੇ ਸਵਾਲ ਉੱਠ ਰਹੇ ਆ ਵੀ ਇਸ ਟਾਈਮ ਤੇ CBI ਦੀ ਛਾਪੇਮਾਰੀ ਜਾਂ CBI ਦਾ ਨੋਟਿਸ ਕਿਉਂ ਆਇਆ। ਉਹਦੇ ਤੇ ਭਾਜਪਾ ਵਾਲਿਆਂ ਦਾ ਕਹਿਣਾ ਵੀ ਨਹੀਂ ਪੁਰਾਣਾ ਸੀ ਮਾਮਲਾ ਇਹ, ਜਿਵੇਂ ਮੈਂ ਦੱਸਿਆ ਸਤੰਬਰ ਦਾ ਸੀਗਾ। ਸਤੰਬਰ ਦਾ ਮਾਮਲਾ ਜੇ ਇਹਨਾਂ ਨੂੰ ਹਾਈ ਕੋਰਟ ਤੋਂ ਜਾਂ ਅਦਾਲਤ ਤੋਂ ਮਿਲੀ ਸੀ ਇਜਾਜ਼ਤ ਤਾਂ ਉਸ ਦੇ ਬਾਵਜੂਦ ਇੰਨਾ ਸਮਾਂ ਕਿਉਂ ਲੱਗ ਗਿਆ ਨੋਟਿਸ ਭੇਜਣ ਨੂੰ? ਕਿਉਂਕਿ ਉੱਥੋਂ ਅਭਿਸ਼ੇਕ ਬੈਨਰਜੀ ਨੇ ਬੰਗਾਲ ਦੇ ਵਿੱਚ ਕਲਕੱਤਾ ਹਾਈ ਕੋਰਟ 'ਚ ਵੀ ਅਰਜੀ ਦਾਇਰ ਕੀਤੀ ਸੀ ਇਹ ਨੋਟਿਸ ਰੱਦ ਕਰਨ ਨੂੰ ਜਾਂ ਇਸ ਸਟੇ ਲਾਉਣ ਲਈ ਜਿਹੜੀ ਜਾਂਚ ਚੱਲ ਰਹੀ ਸੀ, ਪਰ ਹਾਈ ਕੋਰਟ ਨੇ ਉਹ ਸਟੇ ਦੇਣ ਤੋਂ ਨਾ ਕਰਤੀ ਸੀਗੀ। ਤੇ ਜਦੋਂ ਉਦੋਂ ਦਾ ਮਾਮਲਾ ਚੱਲਦਾ ਪਿਆ ਤਾਂ ਹੁਣ ਐਨ ਚੋਣਾਂ ਮੌਕੇ ਆਉਣਾ ਆ ਕੇ ਉਹਨੂੰ ਨੋਟਿਸ ਥਮਾ ਦੇਣਾ ਤੇ ਉਹ ਕੁਦਰਤੀ ਲੱਗਦਾ ਵੀ ਸਿਆਸੀ ਸਾਰੀ ਬਦਲਾਖੋਰੀ ਕਹਿ ਲਓ ਜਾਂ ਸਿਆਸਤ ਹਥਿਆਉਣ ਦਾ ਇੱਕ ਤਰੀਕਾ ਜਾਂ ਏਜੰਸੀਆਂ ਰਾਹੀਂ ਅਗਲਿਆਂ ਨੂੰ ਆਪਣੇ ਵਿਰੋਧੀਆਂ ਨੂੰ ਡਰਾਉਣ ਦਾ ਇੱਕ ਤਰੀਕਾ ਜੋ ਸਰਕਾਰ ਇਹ ਨਹੀਂ ਇਕੱਲੀ BJP ਕਰਦੀ ਆ, ਪਿਛਲੀਆਂ ਸਰਕਾਰਾਂ ਦਾ ਵੀ ਇਹ ਕੰਮ ਹੁੰਦਾ ਸੀਗਾ। ਜਦੋਂ UPA ਸਰਕਾਰ ਪਹਿਲੀ ਹੁੰਦੀ ਸੀ ਤਾਂ ਮਾੜਾ ਜਿਹਾ ਲਾਲੂ ਪ੍ਰਸਾਦ ਕੋਈ ਅੱਖ ਦਿਖਾਲਦਾ ਸੀ ਤਾਂ ਸੋਨੀਆ ਹੋਣੀ ਸਿੱਧੀ CBI ਨੋਟਿਸ ਭੇਜ ਦਿੰਦੇ ਸੀ। ਜੇ ਮੁਲਾਇਮ ਸਿੰਘ ਯਾਦਵ ਮਾੜਾ ਜਿਹਾ ਅੱਖ ਦਿਖਾਲਦਾ ਸੀ ਚੱਲ CBI ਦਾ ਨੋਟਿਸ, ਜੇ ਬਸਪਾ ਵਾਲੀ ਮਾਇਆਵਤੀ ਅੱਖ ਦਿਖਾਲਦੀ ਸੀ ਤਾਂ CBI ਨੋਟਿਸ। ਸੋ ਸਰਕਾਰਾਂ ਬਦਲ ਜਾਂਦੀਆਂ ਆ, ਕੰਮ ਉਹੀ ਰਹਿੰਦਾ ਆ, ਏਜੰਸੀਆਂ ਦੇ ਰਾਹੀਂ ਅਗਲਿਆਂ ਵਿਰੋਧੀਆਂ ਨੂੰ ਡਰਾਉਣਾ ਉਹ ਸਰਕਾਰ ਦਾ ਇੱਕ ਹੱਥ ਠੋਕਾ ਬਣ ਜਾਂਦਾ ਜੀ। ਤੇ ਅਵਤਾਰ ਜੀ ਅਗਲਾ ਮੁੱਦਾ ਤੁਹਾਡੇ ਨਾਲ ਵਿਚਾਰਾਂਗੇ ਪਰ ਇਸ ਵੇਲੇ ਲੈਣੇ ਆ ਬ੍ਰੇਕ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ ਤੇ ਅਵਤਾਰ ਜੀ ਅਗਲਾ ਮੁੱਦਾ ਹੈ ਤੇਲ ਦੀਆਂ ਕੀਮਤਾਂ ਨੂੰ ਸੱਚਮੁੱਚ ਅੱਗ ਲੱਗ ਰਹੀ ਹੈ ਜੀ। ਕਿਤੇ 100, 97, 98 ਤੇ ਮੰਤਰੀ ਕੀ ਕਹਿੰਦੇ ਨੇ ਭਲਾ
ਬਈ ਇਹ ਤਾਂ ਮਾਮੂਲੀ ਜੀ ਕੀਮਤ ਵਧੀ ਹੈ ਜੀ। ਇਹ ਕੁਝ ਸਮਝ ਨਹੀਂ ਲੱਗੀ ਗੱਲ। ਪਰਮਿੰਦਰ ਜੀ, ਇਹ ਤਾਂ ਗੱਲਬਾਤ ਆਪਾਂ ਕਰਦੇ ਹਾਂ ਇਹਦੇ ਬਾਰੇ। ਤੇਲ ਦੀ ਕੀਮਤਾਂ ਨੂੰ ਅੱਗ ਸਰਕਾਰ ਨੇ ਲਾਈ ਆ ਤੇ ਉਹਨੂੰ ਬੁਝਾਉਣ ਦਾ ਯਤਨ ਤਾਂ ਸਰਕਾਰ ਹੀ ਕਰੂਗੀ। ਪਰ ਇੱਕ ਅਹਿਮ ਗੰਭੀਰ ਮੁੱਦਾ ਸੀਗਾ, ਇੱਕ ਗੰਭੀਰ ਮਾਮਲਾ ਸੀਗਾ ਜਿਹੜੀ ਨਿਊਜ਼ ਇੱਕ ਬੀਤੇ ਦਿਨ ਦੀ ਆ, ਹਵਾਈ ਸਫ਼ਰ ਨੂੰ ਲੈ ਕੇ ਆ। ਆਮ ਕਰਕੇ ਮੰਨਿਆ ਜਾਂਦਾ ਵੀ ਹਵਾਈ ਸਫ਼ਰ ਬੇਹੱਦ ਸੁਰੱਖਿਅਤ ਆ, ਪਰ ਉਸ ਤੋਂ ਉਲਟ ਬੇਹੱਦ ਰਿਸਕੀ ਵੀ ਆ। ਇਹ ਸਾਰੀ ਸੂਝ-ਬੂਝ ਡਿਪੈਂਡ ਕਰਦੀ ਆ ਪਾਇਲਟ ਦੇ ਉੱਤੇ। ਅਮਰੀਕਾ ਦਾ ਯੂਨਾਈਟਿਡ 에ਅਰਲਾਈਨ ਦਾ ਜਹਾਜ਼ ਡੈਨਵਰ ਤੋਂ ਉੜਿਆ ਸੀ, 15,000 ਫੁੱਟ ਦੀ ਉਚਾਈ ਤੱਕ ਚਲੇ ਗਿਆ ਸੀ ਉਡਾਨ ਭਰ ਕੇ। ਉਹਦੇ ਇੱਕ ਇੰਜਨ ਨੂੰ ਅਚਾਨਕ ਅੱਗ ਲੱਗ ਜਾਂਦੀ ਆ, ਔਰ ਅੱਗ ਵੀ ਇੰਨੀ ਆ ਵੀ ਉੱਥੋਂ ਅੰਦਰਲੇ ਬੈਠੇ ਕਿਸੇ ਮੁਸਾਫਰ ਨੇ ਮੋਬਾਈਲ ਤੇ ਵੀਡੀਓ ਬਣਾ ਕੇ ਉਹਦੀ ਪਾਈ ਆ ਤੇ ਉਹ ਅੱਗ ਦਿਸਦੀ ਆ ਵੀ ਬੜੀ ਭਿਆਨਕ ਲੱਗੀ ਆ। ਉਹਦੇ ਪੁਰਜੇ ਜਿਹੜੇ ਇੰਜਨ ਦੇ ਹੌਲੀ ਹੌਲੀ ਉਹ ਖਿੱਲਰਦੇ ਜਾਂਦੇ ਆ, ਕੋਈ ਕਿਤੇ ਡਿੱਗਿਆ ਕੋਈ ਕਿਤੇ ਡਿੱਗਿਆ। ਉਹਦੀ ਅਫੜਾ ਦਫੜੀ ਵੀ ਕਈਆਂ ਥਾਵਾਂ ਤੇ ਮਚੀ, ਪਤਾ ਲੱਗਾ ਹੈ ਮੀਡੀਆ ਰਾਹੀਂ, ਪਰ ਗਨੀਮਤ ਇਹ ਰਹੀ ਪਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੱਡੀ ਗੱਲ ਆ ਵੀ ਉਸ ਪਾਇਲਟ ਦੀ ਸੂਝ-ਬੂਝ ਵਾਲੀ ਗੱਲ ਆ ਵੀ ਉਹਨੇ ਜਦੋਂ ਉਹਨੂੰ ਪਤਾ ਲੱਗਾ ਵੀ ਇੱਕ ਇੰਜਨ 'ਚ ਇਹੋ ਜਿਹਾ ਵੱਡਾ ਨੁਕਸ ਪੈ ਗਿਆ, ਅੱਗ ਲੱਗ ਗਈ ਆ, ਤੇ ਉਹਨੇ ਨਾਲ ਹੀ ਟ੍ਰੈਫਿਕ ਕੰਟਰੋਲ ਨੂੰ ਕਿਹਾ ਵੀ ਮੈਂ ਦੁਬਾਰਾ ਵਾਪਸ ਲੈਂਡਿੰਗ ਕਰਾਉਣਾ ਚਾਹੁੰਦਾ ਹਾਂ, ਵੀ ਅੱਗੇ ਨਹੀਂ ਜਾ ਸਕਦਾ ਜਹਾਜ਼। 15,000 ਫੁੱਟ ਦੀ ਉਚਾਈ ਤੋਂ ਮੁੜ ਕੇ ਉਹਨੇ ਇੰਨੀ ਬੜੀ ਵਧੀਆ ਤਰੀਕੇ ਨਾਲ ਉਹਦੀ ਇੱਕ ਸੂਝ ਦੀ ਗੱਲ ਕਹਿ ਦੀ ਹੈ ਵੀ ਉਹਨੇ ਆਪਣੀ ਕਾਬਲੀਅਤ ਦੀ ਗੱਲ ਕਹਿ ਦੀ ਹੈ, ਤੇ ਉਹਨੇ ਉਹਨੂੰ ਇੱਕ ਸੁਰੱਖਿਅਤ ਲੈਂਡਿੰਗ ਕਰਾ ਕੇ ਉਹਦੇ ਵਿੱਚ 200 ਤੋਂ ਵੱਧ ਮੁਸਾਫਰ ਪਲੱਸ ਕਰੂ ਮੈਂਬਰ ਸੀ, ਉਹਨਾਂ ਨੂੰ ਬਚਾ ਲਿਆ। ਇਹ ਬਹੁਤ ਵੱਡੀ ਘਟਨਾ ਸੀਗੀ। ਜੇ ਇਹ ਵਾਪਰ ਜਾਂਦੀ ਤਾਂ ਫਿਰ 200 ਜਾਨਾਂ ਦਾ ਖਦਸ਼ਾ ਸੀਗਾ ਵੀ ਉਹ ਮੁੱਕ ਜਾਣੀਆਂ ਸੀਗੀਆਂ, ਕਿਉਂਕਿ ਜਹਾਜ਼ ਐਡੀ ਉੱਚੀ ਚਲ ਗਿਆ ਸੀ, ਜਿੱਥੇ ਡਿੱਗਦਾ ਤਾਂ ਕੋਈ ਬਚਦਾ ਮੁਸ਼ਕਿਲ ਹੀ ਹੁੰਦਾ। ਪਰ ਉਸ ਪਾਇਲਟ ਨੂੰ ਦਾਦ ਦੇਣੀ ਬਣਦੀ ਆ ਜਿਹਨੇ 200 ਤੋਂ ਵੱਧ ਜਾਨਾਂ ਬਚਾ ਲਈਆਂ। ਇਹ ਪਾਇਲਟਾਂ ਦੀ ਸੂਝ ਤੇ ਡਿਪੈਂਡ ਕਰਦਾ ਹੁੰਦਾ ਵੀ ਜਹਾਜ਼ ਨੂੰ ਕਿਵੇਂ ਲੈ ਕੇ ਜਾਣਾ, ਪਰ ਉਹਦੇ ਵਿੱਚ ਉਹ ਘਬਰਾਇਆ ਨਹੀਂ, ਬੜੀ ਸ਼ਾਂਤਮਈ ਰਿਹਾ ਉਹਨੇ, ਔਰ ਬੜੇ ਤਰੀਕੇ ਨਾਲ ਲਿਆ ਕੇ ਵਾਪਸ ਉੱਥੇ ਲੈਂਡ ਕਰਾਤਾ। ਤੇ ਉਹ ਸੁਖਦ ਉਹਦਾ ਜਿਹੜਾ ਘਟਨਾਕ੍ਰਮ ਦਾ ਅੰਤ ਹੋਇਆ। ਇਹ ਵੀ ਇੱਕ ਤਸੱਲੀ ਵਾਲੀ ਗੱਲ ਹੈ ਜੀ। ਹੁਣ ਤੁਹਾਡੀ ਗੱਲ ਕਰਦੇ ਹਾਂ ਤੇਲ ਕੀਮਤਾਂ ਵਾਲੀ। ਦੇਖੋ, ਜਦੋਂ ਤਾਂ 47 ਰੁਪਏ ਬੈਰਲ ਸੀਗਾ ਕੱਚਾ ਤੇਲ, ਹੁਣ ਇੱਕ ਬੈਰਲ ਦੀ ਗੱਲ ਵੀ ਕਰੀਏ ਤਾਂ 158.9 ਘੱਟੋ ਘੱਟ 159 ਲੀਟਰ ਦਾ ਇੱਕ ਬੈਰਲ ਹੁੰਦਾ। ਤੇ ਉਹਦੇ ਵਿੱਚ ਤੁਸੀਂ 47 ਰੁਪਏ ਜਦੋਂ ਡਾਲਰ ਦਾ ਇੱਕ ਬੈਰਲ ਦਾ ਆਉਂਦਾ ਆ ਕੱਚਾ ਤੇਲ, ਉਦੋਂ ਕੀਮਤਾਂ ਹੁੰਦੀਆਂ 57 ਰੁਪਏ ਪੈਟਰੋਲ, 57 ਰੁਪਏ 60 ਰੁਪਏ ਦੇ ਕਰੀਬ। ਹੁਣ ਜਦੋਂ ਇਹ ਵੱਧ ਕੇ 90 ਤੱਕ ਵੀ ਚਲ ਗਈਆਂ, ਉਸ ਦੇ ਬਾਵਜੂਦ ਵੀ 67 68 70 ਤੱਕ ਰਿਹਾ। ਉਦੋਂ ਜਦੋਂ 150 ਤੱਕ ਵੱਧ ਗਈਆਂ, ਫੇਰ ਵੀ ਇਹ ਤੇਲ ਜਿਹੜਾ ਆ ਵੱਧ ਤੋਂ ਵੱਧ 70 75 ਤੱਕ ਰਿਹਾ। ਪਰ ਹੁਣ ਆਪਾਂ ਉਹ ਤੁਲਨਾ ਕਰੀਏ ਪਿੱਛੇ ਨੂੰ, ਤਾਂ ਇਸ ਵੇਲੇ ਜਿਹੜੀ 80 87 ਦੇ ਕਰੀਬ ਬੈਰਲ ਦੀ ਕੀਮਤ ਆ ਕੱਚੇ ਤੇਲ ਦੀ, ਤੇ ਜਿਹੜਾ ਤੇਲ ਦਾ ਭਾਅ ਪੈਟਰੋਲ ਦਾ ਆ ਉਹ ਤੁਸੀਂ ਦੱਸਦੇ ਆ ਵੀ ਸੈਂਕੜਾ ਲਾ ਚੁੱਕਾ ਆ, ਸੈਂਕੜੇ ਤੋਂ ਕਿਤੇ ਵੱਧ ਵੀ ਆ, 101 ਵੀ ਹੋ ਗਿਆ ਆ। ਜਿਹੜਾ ਪ੍ਰੀਮੀਅਮ ਤੇਲ ਆ ਉਹ ਤਾਂ ਪਹਿਲਾਂ ਹੀ ਬਹੁਤ ਮਹਿੰਗਾ ਹੋ ਗਿਆ ਸੀਗਾ। ਡੀਜ਼ਲ ਵੀ ਇਹਦੇ ਨਾਲ ਹੀ ਵੱਧ ਰਿਹਾ ਆ। ਤੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ, ਸਰਕਾਰ ਦੇ ਮੰਤਰੀ ਆ, ਇੱਥੋਂ ਤੱਕ ਕਿ ਵਿੱਤ ਮੰਤਰੀ ਨੇ ਵੀ ਹੱਥ ਖੜੇ ਕਰਤੇ ਬਈ ਇਹ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ, ਕੰਪਨੀਆਂ ਦਾ ਹੱਥ ਆ। ਤੇ ਕੰਪਨੀਆਂ ਨੂੰ ਫੜਾਇਆ ਕਿਹਨੇ? ਹੱਥ ਸਰਕਾਰ ਦਾ। ਇਹਨਾਂ ਨੇ ਆਪੇ ਫੜਾਇਆ। ਜਦੋਂ ਤਾਂ UPA ਸਰਕਾਰ ਸੀ ਉਦੋਂ ਸਿਰਫ ਪੈਟਰੋਲ ਡੀ ਕੰਟਰੋਲ ਕੀਤਾ ਸੀਗਾ, ਡੀਜ਼ਲ ਹੁਣ ਮੰਗ ਕਰਦੇ ਸੀ, ਨਹੀਂ ਕਰਦੇ ਸੀ, ਮਨਮੋਹਨ ਸਰਕਾਰ ਨਹੀਂ ਕਰਦੀ ਰਹੀ। ਜਦੋਂ ਇਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਇੱਕਦਮ ਡੀ ਕੰਟਰੋਲ ਕਰਤਾ, ਤੇ ਇਹਦਾ ਜਿੰਨਾ ਫਾਇਦਾ ਹੁੰਦਾ ਆ ਉਹ ਕੰਪਨੀਆਂ ਨੂੰ ਜਾਂਦਾ। ਰੋਜ਼ਾਨਾ ਹੀ ਜਿਹੜਾ 20 25 30 ਪੈਸੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਆ, ਉਹਦਾ ਫਾਇਦਾ ਕੰਪਨੀਆਂ ਨੂੰ ਜਾ ਰਿਹਾ। ਔਰ ਅੰਦਾਜ਼ਨ ਇੱਕ ਲਾਇਆ ਗਿਆ ਵੀ 20 ਲੱਖ ਕਰੋੜ ਜਿਹੜਾ ਆ ਉਹ ਪੈਸਾ ਤੇਲ ਦੀਆਂ ਕੀਮਤਾਂ ਤੋਂ ਹੀ ਮਿਲ ਗਿਆ। ਸਰਕਾਰ ਨੂੰ ਟੈਕਸ ਵਜੋਂ ਚਲੇ ਗਿਆ, ਕੰਪਨੀਆਂ ਨੂੰ ਚਲੇ ਗਿਆ। ਐਡੀ ਵੱਡੀ ਮਾਰਜਨ ਦੇ ਵਿੱਚ ਇਹ ਲੋਕਾਂ ਨੂੰ ਲੁੱਟਣ ਦਾ ਕੰਮ, ਜਿਹੜੇ ਲੋਕ ਆਮ ਵਰਗ ਦੇ ਜਿਹੜੇ ਲੋਕ ਆ, ਜਿਹਨੂੰ ਆਪਾਂ ਤਬਕਾ ਮੱਧ ਵਰਗ ਵੀ ਕਹਿ ਦਈਏ ਜਾਂ ਉਸ ਤੋਂ ਗਰੀਬ ਵੀ ਕਹਿ ਦਈਏ, ਜਿਹੜਾ ਕਿ ਪੂਰੀ ਤਰ੍ਹਾਂ ਡਿਪੈਂਡ ਡੀਜ਼ਲ ਤੇ ਆ, ਉਹਨਾਂ ਦਾ ਕੀ ਹਾਲ ਹੋਊਗਾ? ਕਿਉਂ ਸਰਕਾਰ ਇਹਨਾਂ ਕਚੂਮਰ ਕੱਢ ਰਹੀ ਆ? ਇਹੀ ਸਰਕਾਰ ਜਦੋਂ ਆਪਣੇ ਵੇਲੇ ਹੁੰਦੀ ਸੀ ਤਾਂ ਵਿਰੋਧ ਕਰਨ ਲੱਗ ਪੈਂਦੀ ਸੀ, 1 ਰੁਪਈਆ ਵੀ ਵੱਧ ਹੁੰਦਾ ਸੀ। ਜਦੋਂ 50 ਪੈਸੇ ਰੁਪਈਆ ਵੱਧਦਾ ਸੀਗਾ ਤਾਂ ਇਹ ਸੜਕਾਂ ਤੇ ਉਤਰ ਆਉਂਦੇ ਸੀਗੇ। ਹੁਣ ਇਹੀ ਸਰਕਾਰ ਪੂਰੀ ਤਰ੍ਹਾਂ ਲੋਕਾਂ ਦਾ ਤੇਲ ਕੱਢਣ ਨੂੰ ਫਿਰਦੀ ਆ। ਹਰੇਕ ਮੰਤਰੀ ਇਹ ਕਹਿ ਰਿਹਾ ਵੀ ਨਹੀਂ, ਇਹ ਤਾਂ ਜੀ ਮਾਮੂਲੀ ਜਿਹਾ ਆ, ਬਹੁਤਾ ਨਹੀਂ ਹੋਇਆ। ਖੁਦ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਹਿੰਦਿਆਂ ਸੁਣਿਆ ਗਿਆ ਵੀ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਇਹ ਨਤੀਜਾ ਆ। ਤੇ ਜੇ ਤੁਸੀਂ ਪਿਛਲੀਆਂ ਸਰਕਾਰਾਂ ਦਾ ਨੀਤੀਆਂ ਦਾ ਨਤੀਜਾ ਕਹਿੰਦੇ ਆ, ਤਾਂ ਪਿਛਲੀਆਂ ਸਰਕਾਰਾਂ ਨੇ ਇਹ ਖੇਤੀ ਕਾਨੂੰਨ ਵੀ ਤਾਂ ਨਹੀਂ ਸੀ ਬਣਾਏ, ਉਹਨਾਂ ਨੇ ਵੀ ਠੱਪ ਕਰਤੇ ਸੀਗੇ ਜਦੋਂ ਵਿਰੋਧ ਹੋਇਆ ਸੀ। ਤੇ ਉਹਨੂੰ ਹੁਣ ਤੁਸੀਂ ਦੁਬਾਰਾ ਸੁਰਜੀਤ ਕਰ ਰਹੇ ਆ, ਦੁਬਾਰਾ ਲਾਗੂ ਕਰ ਰਹੇ ਆ। ਤੇ ਜੇ ਉਹਨਾਂ ਨੀਤੀਆਂ ਦਾ ਨਤੀਜਾ ਆ ਤਾਂ ਉਹ ਨੀਤੀਆਂ ਬਦਲ ਦਿਓ।
ਜੇ ਉਹ ਡੀਕੰਟਰੋਲ ਕੀਤਾ ਸੀ, ਕੰਟਰੋਲ 'ਚ ਲੈ ਆਓ ਆਪਣੇ। ਜੀ ਕਿਤੇ ਵੀ ਹੋਰ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਇੰਨੀ ਕੀਮਤ ਹੈ ਨਹੀਂ। ਬੇਸ਼ੱਕ ਭਾਵੇਂ ਆਪਣੇ ਗੁਆਂਢੀ ਪਾਕਿਸਤਾਨ ਦੇਖ ਲਈਏ, ਗੁਆਂਢੀ ਨੇਪਾਲ ਦੇਖ ਲਈਏ, ਸ੍ਰੀਲੰਕਾ ਦੇਖ ਲਈਏ। ਉਹ ਇੱਕ ਜਣੇ ਨੇ ਤਾਂ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਪਾਇਆ ਵੀ ਸੀਗਾ ਤੇ ਰਾਮ ਦੇ ਰਾਜ ਵਿੱਚ ਪੈਟਰੋਲ ਜਿਹੜਾ 100 ਰੁਪਏ ਤੇ ਜਿਹੜਾ ਉਹ ਸ੍ਰੀਲੰਕਾ ਰਾਵਣ ਦੇ ਰਾਜ ਵਿੱਚ ਉਹ ਇਦੋਂ ਵੀ ਅੱਧਾ ਆ, ਤੇ ਇਧਰ ਸੀਤਾ ਦੇ ਰਾਜ ਨੇਪਾਲ ਦੇ ਵਿੱਚ ਤਾਂ ਬਿਲਕੁਲ ਹੀ ਘੱਟ ਆ। ਤਾਂ ਹੀ ਫਿਰ ਬੋਤਲਾਂ 'ਚ ਭਰ ਉਧਰੋਂ ਇੱਧਰ ਆ ਰਿਹਾ ਤੇਲ। ਇਸੇ ਕਰਕੇ ਉਧਰੋਂ ਜਿਹੜੀ ਸਮਗਲਿੰਗ ਤੇਲ ਦੀ ਵੱਧ ਹੋਣ ਲੱਗ ਪਈ ਆ, ਵੀ ਸਸਤਾ ਹੈ ਤੇ ਲੈ ਕੇ ਮਹਿੰਗਾ ਵੇਚਦੇ ਆ। ਕਮਾਈ ਤਾਂ ਵੱਡੇ ਉਦਯੋਗਪਤੀ ਕਰ ਜਾਂਦੇ ਆ, ਸਰਕਾਰ ਨੂੰ ਟੈਕਸ ਮਿਲ ਜਾਂਦਾ ਤੇ ਜਿਹੜਾ ਰਗੜਿਆ ਜਾਂਦਾ ਆ ਉਹ ਆਮ ਬੰਦਾ ਰਗੜਿਆ ਜਾਂਦਾ ਆ। ਇਹਦੇ ਲਈ ਗੰਭੀਰ ਹੋਣਾ ਪਊਗਾ। ਪਰ ਆਪਣੇ ਲੋਕ ਜਿਹੜੇ ਆ ਉਹ ਵੀ ਜ਼ਿਆਦਾਤਰ ਵਿਰੋਧੀ ਧਿਰ ਨੂੰ ਦੇਖਦੇ ਆ। ਵਿਰੋਧੀ ਧਿਰ ਚਾਹੇ ਇਹਦਾ ਵਿਰੋਧ ਕਰਦਾ ਆ ਚਾਹੇ ਨਹੀਂ ਕਰਦਾ ਆ, ਇਹ ਕਦੇ ਸਾਹਮਣੇ ਨਹੀਂ ਆਉਂਦਾ। ਕਿਉਂਕਿ ਮੀਡੀਆ ਜਿਹੜਾ ਆ ਪੂਰੀ ਤਰ੍ਹਾਂ ਸਰਕਾਰ ਪੱਖੀ ਆ। ਇਲੈਕਟ੍ਰੋਨਿਕ ਮੀਡੀਆ ਨੇ ਜਿੰਨਾ ਚਿਰ ਦਿਖਾੜਨਾ ਨਹੀਂ ਵੀ ਸਰਕਾਰ ਦਾ ਵਿਰੋਧ ਹੋ ਰਿਹਾ ਇਸ ਕੰਮ ਲਈ, ਉਹਨਾਂ ਚਿਰ ਸਰਕਾਰ ਨੂੰ ਪਤਾ ਨਹੀਂ ਲੱਗਣਾ, ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ। ਹੁਣ ਜਿਹੜੇ ਬੰਦੇ ਦਾ ਸਾਈਕਲ ਤੇ ਉਦੋਂ ਭਾਜਪਾ ਵਾਲੇ ਆਉਂਦੇ ਸੀਗੇ ਤੇ ਮੀਡੀਆ 'ਚ ਇੱਕਦਮ ਆ ਜਾਂਦੀਆਂ ਸੀਗੀਆਂ ਇਲੈਕਟ੍ਰੋਨਿਕ ਮੀਡੀਆ, ਦੇਖੋ ਜੀ आज मुख्यमंत्री तेल कीमतों में बढ़ोतरी के वजह से साइकिल पे विधान सभा में आए। जा कह देंगे संसद ਦੇ ਵਿੱਚ ਸਾਈਕਲ ਤੇ ਆਇਆ ਬੰਦਾ, ਜਾਂ ਕਹਿ ਦੇਣਗੇ ਆ ਦੇਖੋ ਜੀ ਰੇੜੇ ਤੇ ਜਾ ਰਿਹਾ ਜਾਂ ਗੱਡੇ ਤੇ ਜਾ ਰਿਹਾ। ਹੁਣ ਵੀ ਜਾ ਰਹੇ ਆ, ਇਹ ਨਹੀਂ ਵੀ ਹੁਣ ਨਹੀਂ ਜਾ ਰਹੇ ਆ, ਹੁਣ ਕਾਂਗਰਸ ਵਾਲੇ ਵੀ ਜਾ ਰਹੇ ਆ, ਪਰ ਮੀਡੀਆ ਉਹਨੂੰ ਹਾਈਲਾਈਟ ਹੀ ਨਹੀਂ ਕਰਦਾ। ਹੁਣ ਕਈ ਵਾਰੀ ਤਾਂ ਇਹ ਦੇਖਦੇ ਆ ਵੀ ਜਿੰਨਾ ਚਿਰ ਮੀਡੀਆ 'ਚ ਹਾਈਲਾਈਟ ਨਹੀਂ ਹੋਊਗੀ, ਲੋਕਾਂ 'ਚ ਗੱਲ ਨਹੀਂ ਜਾਊਗੀ, ਤਾਂ ਆਪਣੇ ਆਪ ਲੱਗੂਗਾ ਵੀ ਵਿਰੋਧੀ ਧਿਰ ਸੁੱਤੀ ਪਈ ਆ। ਵਿਰੋਧੀ ਆਪਾਂ ਵੀ ਕਈ ਵਾਰੀ ਕਹਿ ਚੁੱਕੇ ਆ ਵੀ ਵਿਰੋਧੀ ਧਿਰ ਨਾਂ ਦੀ ਕੋਈ ਚੀਜ਼ ਹੈ ਨਹੀਂ। ਪਰ ਜਦੋਂ ਆਪਾਂ ਉਹਨੂੰ ਓਵਰਆਲ ਪੜਚੋਲ ਕਰਕੇ ਦੇਖਦੇ ਆ ਤਾਂ ਕਈਆਂ ਨੇ ਟਵੀਟ ਕਰਕੇ ਵਿਰੋਧ ਕੀਤਾ ਆ। ਰਾਹੁਲ ਗਾਂਧੀ ਵੀ ਵਿਰੋਧ ਕਰਦੇ ਰਹੇ ਟਵੀਟ ਕਰਕੇ, ਹੋਰ ਵੀ ਕਰਦੇ ਆ। ਪਰ ਉਹਨੂੰ ਜਦੋਂ ਮੀਡੀਆ ਨੇ ਹਾਈਲਾਈਟ ਹੀ ਨਹੀਂ ਕਰਨਾ, ਇਲੈਕਟ੍ਰੋਨਿਕ ਮੀਡੀਆ ਨੇ, ਸਰਕਾਰ ਤੱਕ ਗੱਲ ਜਾਣੀ ਨਹੀਂ, ਸਰਕਾਰ ਨੇ ਤਾਂ ਹੀ ਕਹਿਣਾ ਮਾਮੂਲੀ ਜੀ ਗੱਲ ਆ, ਫਿਰ ਕੀ ਹੋਇਆ, 100 ਰੁਪਇਆ ਹੋਇਆ ਆ, ਇਹ ਤਾਂ 150 ਵੀ ਕਰਨ ਨੂੰ ਤਿਆਰ ਆ। ਸੋ ਇਹ ਮੀਡੀਆ ਨੂੰ ਵੀ ਨਿਰਪੱਖ ਹੋ ਕੇ ਲੋਕ ਪੱਖੀ ਗੱਲ ਨੂੰ ਉਭਾਰਨਾ ਪਊਗਾ, ਤਾਂ ਹੀ ਇਹ ਸਰਕਾਰ ਜਿਹੜੀ ਆ ਇਦਾਂ ਦੇ ਕਦਮ ਜਾਂ ਮਹਿੰਗਾਈ ਨੂੰ ਕਾਬੂ ਕਰਨ 'ਚ ਥੋੜਾ ਜਿਹਾ ਕਦਮ ਉਠਾਊਗੀ। ਨਹੀਂ ਤਾਂ ਇਹ ਕਦਮ ਜਿਹੜੇ ਇਸ ਮਹਿੰਗਾਈ ਨਾਲ, ਤੇਲ ਕੀਮਤਾਂ ਵਧਣ ਨਾਲ ਸਾਰਾ ਕੁਝ ਮਹਿੰਗਾਈ ਵੱਧ ਜਾਂਦੀ ਆ, ਟੋਟਲੀ ਟਰਾਂਸਪੋਰਟ ਵੱਧ ਜਾਂਦਾ ਆ। ਆਉਣ ਜਾਣ ਵਾਲਾ ਸਮਾਂ ਜਿਹੜਾ ਟਰਾਂਸਪੋਰਟ ਆਪਣਾ ਆਉਣ ਜਾਣ ਦੇ ਮੁਸਾਫਰਾਂ ਦਾ ਜਿਹੜਾ ਟਿਕਟ ਦਾ ਖਰਚਾ ਵੱਧ ਜਾਂਦਾ ਆ। ਸਬਜ਼ੀਆਂ ਬਾਜ਼ਾਰ ਵਿੱਚ ਆਉਂਦੀਆਂ ਆ, ਉਹ ਕਿੱਥੋਂ ਆਉਂਦੀਆਂ, ਲੈ ਕੇ ਆਉਂਦੀਆਂ, ਸਾਰਾ ਕੁਝ ਇਹ ਤੇ ਡਿਪੈਂਡ ਹੋ ਜਾਂਦਾ ਆ। ਸਾਰੀ ਮਹਿੰਗਾਈ ਵੱਧ ਜਾਂਦੀ ਆ। ਜੇ ਇਲੈਕਟ੍ਰੋਨਿਕ ਮੀਡੀਆ ਇਸ ਪੱਖੋਂ ਨਹੀਂ ਕਰਦਾ ਤਾਂ ਇਹ ਮਹਿੰਗਾਈ ਹੋਰ ਵੱਧਦੀ ਜਾਣੀ ਆ। ਸਰਕਾਰ ਨੂੰ ਇਹਦੇ ਪ੍ਰਤੀ ਜਾਗਰੂਕ ਕਰਨ ਦਾ ਕੰਮ ਜਿਹੜਾ ਹੈ ਉਹ ਮੀਡੀਆ ਨੇ ਕਰਨਾ ਹੁੰਦਾ ਆ। ਪਰ ਵਿਰੋਧੀ ਧਿਰ ਵੀ ਆਪਣੀ ਬਣਦੀ ਭੂਮਿਕਾ ਪੂਰੀ ਤਰ੍ਹਾਂ ਨਿਭਾਵੇ ਤਾਂ ਚੰਗੀ ਗੱਲ ਆ। ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤਾਂ ਫਿਰ ਆਪਣੇ ਆਪ ਇਹਦਾ ਵਿਰੋਧ ਕਰਨਗੇ ਹੀ, ਕਰਦੇ ਵੀ ਪਏ ਆ। 1-2 ਦਿਨਾਂ ਦੇ ਵਿੱਚ ਪ੍ਰਦਰਸ਼ਨ ਵੀ ਬਹੁਤ ਹੋਏ ਆ। ਮੱਧ ਪ੍ਰਦੇਸ਼ ਬੰਦ ਰਿਹਾ ਕਾਫੀ ਸਮੇਂ ਤੱਕ, ਅੱਧਾ ਦਿਨ ਬੰਦ ਰੱਖਿਆ, ਫਿਰ ਰਾਜਸਥਾਨ 'ਚ ਵੀ ਹੋਇਆ, ਦੱਖਣ ਦੇ ਵਿੱਚ ਵੀ ਹੋ ਰਹੇ ਆ ਪ੍ਰਦਰਸ਼ਨ, ਤੇ ਹੁਣ ਸੈਂਕੜਾ ਵੱਜਣ ਤੋਂ ਬਾਅਦ ਲੋਕ ਜਾਗਰੂਕ ਹੋਏ ਆ। ਜੀ, ਤੇ ਗੱਲ ਡੀਜ਼ਲ ਦੀ ਰੇਟ ਵਧਿਆ ਹੈ ਹਨਾ, ਪੈਟਰੋਲ ਦਾ ਤਾਂ ਵਧਿਆ ਹੀ ਵਧਿਆ। ਕਿਸਾਨਾਂ ਨੂੰ ਫਾਇਦੇ ਦੀ ਬਜਾਏ ਇਹ ਨੁਕਸਾਨ ਦਿੱਤਾ ਹੈ ਕਿ ਤੋਹਫਾ ਦਿੱਤਾ ਹੈ ਸਰਕਾਰ ਨੇ ਡੀਜ਼ਲ ਵਧਾ ਕੇ, ਕਿਉਂਕਿ ਫਸਲਾਂ ਦਾ ਮੁੱਲ ਤਾਂ ਵਧਾਇਆ ਨਹੀਂ, ਪਰ ਡੀਜ਼ਲ ਕਿੱਥੇ ਪਹੁੰਚ ਗਿਆ? ਨਹੀਂ, ਉਹਨਾਂ ਨੇ ਕਿਹਾ ਸੀ ਨਾ ਵੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। ਉਹ ਦੁੱਗਣੀ ਕਰਨ ਦਾ ਤਰੀਕਾ ਦੱਸ ਰਹੇ ਪਏ, ਅਸੀਂ 50 ਤੋਂ 100 ਕਰ ਦਿੱਤਾ, ਦੇਖ ਲਓ ਤੇਲ, ਤੁਹਾਡੀ ਆਮਦਨ ਵੀ ਇਸ ਤਰੀਕੇ ਨਾਲ ਦੁੱਗਣੀ ਹੋਣੀ ਆ। ਉਹ ਤਾਂ ਵਿਚਾਰਾ ਮਰ ਜਾਊਗਾ ਇਸ ਤਰੀਕੇ ਨਾਲ ਜਿੱਦਾਂ ਇਹ ਤੇ ਡੀਜ਼ਲ ਦਾ ਭਾਅ ਵਧਾ ਰਹੇ ਆ, ਕਿਉਂਕਿ ਸਾਰਾ ਜਿਹੜੀ ਮਸ਼ੀਨਰੀ ਜਿਹੜੀ ਆ ਖੇਤੀਬਾੜੀ ਦੀ ਉਹ ਡੀਜ਼ਲ ਤੇ ਡਿਪੈਂਡ ਕਰਦੀ ਆ। ਹੁਣ ਦੁੱਗਣੀ ਕਰਨ ਦਾ ਤਰੀਕਾ ਇਹਨਾਂ ਦਾ ਪਤਾ ਨਹੀਂ ਕਿਹੋ ਜਿਹਾ, ਪਏ ਇੱਕ ਖੇਤ ਦੇ ਉੱਪਰ ਦੂਜਾ ਖੇਤ ਰੱਖ ਕੇ ਬਣਾਉਣਗੇ ਤਾਂ ਦੁੱਗਣੀ ਹੋਊਗੀ ਆਮਦਨ। ਤੇ ਜਿਸ ਤਰੀਕੇ ਨਾਲ MSP ਖਤਮ ਕਰ ਰਹੇ ਆ ਜਾਂ ਖੇਤੀ ਕਾਨੂੰਨਾਂ ਦੀ ਗੱਲ ਚੱਲ ਰਹੀ ਆ ਲਾਗੂ ਹੋਣ ਦੀ, ਕਈ ਕਾਫੀ ਹੱਦ ਤੱਕ ਲਾਗੂ ਵੀ ਹੋ ਗਿਆ ਆ, ਪੂਰੀ ਤਰ੍ਹਾਂ ਲਾਗੂ ਹੋ ਗਿਆ ਤਾਂ ਫਿਰ 2022 ਕੀ ਮੈਨੂੰ ਲੱਗਦਾ ਵੀ ਪਹਿਲਾਂ ਦੁੱਗਣੀ ਕਰ ਦੇਣਗੇ ਜੋ ਸਰਕਾਰ ਕਹਿ ਰਹੀ ਆ। ਸੋ ਇਹ ਬਿਲਕੁਲ ਉਲਟ ਚੱਲ ਰਿਹਾ ਕੰਮ, ਜਿਹੜਾ ਕਿ ਰਾਹਤ ਦੇਣਾ ਚਾਹੀਦਾ ਕਿਸਾਨਾਂ ਨੂੰ। ਹਮੇਸ਼ਾ ਜਦੋਂ ਤੇਲ ਕੀਮਤਾਂ ਦਾ ਭਾਅ ਵਧਾਇਆ ਜਾਂ ਘਟਾਇਆ ਜਾਂਦਾ ਜਾਂ ਮਿਥਿਆ ਜਾਂਦਾ ਆ, ਉਦੋਂ ਧਿਆਨ ਰੱਖਿਆ ਜਾਂਦਾ ਵੀ ਖੇਤੀਬਾੜੀ ਨੂੰ ਮੁੱਖ ਰੱਖ ਕੇ, ਵੀ ਖੇਤੀਬਾੜੀ ਦੇ ਵਿੱਚ ਜ਼ਿਆਦਾ ਯੂਜ਼ ਡੀਜ਼ਲ ਦਾ ਹੁੰਦਾ ਆ। ਇਸੇ ਕਰਕੇ ਪਿਛਲੀ ਸਰਕਾਰ ਨੇ ਜ਼ਿਆਦਾ ਸਮਾਂ ਡੀਜ਼ਲ ਨੂੰ ਡੀਕੰਟਰੋਲ ਨਹੀਂ ਕੀਤਾ ਸੀਗਾ, ਕੰਟਰੋਲ 'ਚ ਹੀ ਰੱਖਿਆ ਸੀ। ਪਰ ਉਸ ਤੋਂ ਬਾਅਦ ਇਹ ਰੌਲਾ ਪੈ ਗਿਆ, ਹੁਣ ਇਹ ਹੋਰ ਚੀਜ਼ਾਂ ਨੂੰ ਕਿਉਂ ਨਹੀਂ ਡੀਕੰਟਰੋਲ ਕਰਦੇ ਆ? ਜਦੋਂ ਹੁਣ GST ਸਾਰਿਆਂ ਥਾਵਾਂ ਤੇ ਲਾਤਾ ਆ ਤੇ ਇਹਨੂੰ ਵੀ GST ਦਾਇਰੇ 'ਚ ਮੰਗ ਹੋ ਰਹੀ ਆ, ਤੇ ਪੈਟਰੋਲ ਡੀਜ਼ਲ ਦੇ ਵੀ GST ਨੂੰ ਦਾਇਰੇ 'ਚ ਲਿਆਉਣਾ ਚਾਹੀਦਾ। ਜਦੋਂ GST ਦਾਇਰੇ 'ਚ ਆ ਜਾਊਗੀ ਤੇ ਆਪੇ ਕੰਪਨੀਆਂ ਨੂੰ ਵੀ ਉਹ GST ਦੇਣਾ ਪਊਗਾ, ਤੇ ਫਿਰ ਉਹ ਕੰਟਰੋਲ ਕਾਬੂ 'ਚ ਰਹਿਣਗੇ। ਇਹੋ ਜਿਹਾ ਕੰਮ ਨਹੀਂ ਕਰਨਾ ਇਹਨਾਂ ਨੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ। ਤੇ ਇਹ ਸਰਕਾਰ, ਲੋਕਾਂ ਦਾ ਕਹਿਣਾ ਇਹੀ ਆ ਵੀ ਪਹਿਲੀ ਵਾਰੀ ਸਰਕਾਰ ਦੇਖੀ ਆ ਜਿਹਨੂੰ ਲੋਕਾਂ ਦੇ ਪੱਖ ਦੀ ਜਾਂ ਲੋਕਾਂ ਦੀ ਮਜਬੂਰੀ ਦੀ ਜਾਂ ਲੋਕਾਂ ਦੀ ਗਰੀਬੀ ਪੁਣੇ ਦੀ ਕੋਈ ਚਿੰਤਾ ਨਹੀਂ ਹੈਗੀ ਆ। ਮੈਂ ਤਾਂ ਇਹ ਕਹਿੰਦਾ ਵੀ ਜਿੱਦਾਂ ਇਹ ਹਰ ਵੇਲੇ ਕਹਿੰਦੇ ਰਹਿੰਦੇ ਨਾ, ਹਮੇ ਤੋਂ ਗਰੀਬੀ ਹਟਾਣਾ ਹੈ, ਹਮੇ ਤੋਂ ਗਰੀਬੀ ਹਟਾਣਾ ਹੈ। ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਆ, ਮੈਨੂੰ ਤਾਂ ਲੱਗਦਾ ਗਰੀਬ ਹਟਾਉਣ ਵੱਲ ਨੂੰ ਜ਼ਿਆਦਾ ਜਾ ਰਹੇ ਆ। ਗਰੀਬੀ ਘੱਟ ਤੇ ਗਰੀਬਾਂ ਨੂੰ ਕਹਿੰਦੇ ਵੀ ਖਤਮ ਕਰ ਦਈਏ।
ਤੇ ਅਵਤਾਰ ਜੀ ਸਮਾਂ ਤਾਂ ਵੈਸੇ ਥੋੜਾ ਹੈ, ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ 2 ਕੁ ਲਾਈਨਾਂ 'ਚ ਇਹਦੇ ਬਾਰੇ ਜ਼ਰੂਰ ਦੱਸੋ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਹੈ, ਲੰਚ ਤੇ ਸੱਦਾ ਦਿੱਤਾ ਸੀ, ਉਹਦੇ 'ਚ ਭਲਾ ਕਿਹੜੇ ਕਿਸਾਨ ਪਹੁੰਚੇ ਤੇ ਕੀ ਗੱਲਬਾਤ ਹੋਈ? ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਪਹਿਲੇ ਦਿਨ ਤੋਂ ਹੀ ਕਿਸਾਨਾਂ ਪੱਖੀ ਰਹੇ ਆ। ਆਪਾਂ ਦੇਖੀਏ ਸਿੰਘੂ ਬਾਰਡਰ ਤੇ ਵੀ 1-2 ਵਾਰੀ ਜਾ ਆਏ ਆ, ਉੱਥੇ ਜਿਹੜੀਆਂ ਸਹੂਲਤਾਂ ਦਾ ਪ੍ਰਬੰਧ ਵੀ ਦਿੱਲੀ ਸਰਕਾਰ, ਕੇਜਰੀਵਾਲ ਸਰਕਾਰ ਨੇ ਕੀਤਾ ਹੋਇਆ ਸੀ। ਹੁਣ ਉਹਨਾਂ ਦਾ ਸੀਗਾ ਪ੍ਰੋਗਰਾਮ ਪੇ ਕਿਸਾਨਾਂ ਨਾਲ ਮੈਂ ਮੀਟਿੰਗ ਕਰਨੀ ਆ ਜੀ, ਪਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ ਆਗੂ ਸੀਗੇ ਉਹ ਕਹਿੰਦੇ ਸਾਨੂੰ ਤਾਂ ਕੋਈ ਇਹੋ ਜਿਹਾ ਸੱਦਾ ਆਇਆ ਨਹੀਂ, ਕਿਉਂਕਿ ਉਹ ਪਹਿਲਾਂ ਤੋਂ ਹੀ ਸਿਆਸਤ ਤੋਂ ਪਰੇ ਰਹੇ ਆ। ਇਦਾਂ ਦੀ ਮੀਟਿੰਗਾਂ ਦੇ ਵਿੱਚ ਹਿੱਸਾ ਲੈਣਾ ਉਹ ਚਾਹੁੰਦੇ ਨਹੀਂ ਹੈਗੇ, ਕਿਉਂਕਿ ਸਿਆਸੀ ਰੰਗਤ ਪਹਿਲਾਂ ਹੀ ਭਾਜਪਾ ਦੇ ਰਹੀ ਆ। ਪਰ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਕੇਜਰੀਵਾਲ ਹੁਣਾਂ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਜਿਹੜੇ ਕਿਸਾਨ ਆਗੂ ਆ ਉਹਨਾਂ ਨਾਲ ਮੀਟਿੰਗ ਕੀਤੀ ਆ, ਔਰ ਨਾਲ ਦੀ ਨਾਲ ਪਹਿਲੇ ਦਿਨ ਤੋਂ ਜਿਵੇਂ ਉਹ ਕਹਿ ਰਹੇ ਸੀਗੇ ਵੀ ਇਹ ਜਿਹੜੇ ਖੇਤੀ ਕਾਨੂੰਨ ਆ ਇਹ ਕਿਸਾਨਾਂ ਲਈ ਡੈਥ ਵਾਰੰਟ ਆ। ਉਹਨਾਂ ਨੇ ਇਸ ਗੱਲ ਨੂੰ ਫੇਰ ਦੁਹਰਾਇਆ ਵੀ ਖੇਤੀ ਕਾਨੂੰਨ ਵਾਕਈ ਕਿਸਾਨਾਂ ਲਈ ਡੈਥ ਵਾਰੰਟ ਆ। ਅਸੀਂ ਆਪਣੇ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਮਤਾ ਪਾਸ ਕਰਕੇ ਇਹਨੂੰ ਰੱਦ ਕਰ ਚੁੱਕੇ ਆ। ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਵਿੱਚ ਅਸੀਂ ਵਿਧਾਨ ਸਭਾ 'ਚ ਇਹ ਬਿੱਲ ਪਾੜੇ ਵੀ ਸੀਗੇ, ਹਰ ਥਾਂ ਤੇ ਅਸੀਂ ਇਹਦਾ ਵਿਰੋਧ ਕਰ ਰਹੇ ਆ ਵੀ ਖੇਤੀ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਆ। ਪਲੱਸ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਆ ਵੀ ਇਹ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਜੀ ਅਵਤਾਰ ਜੀ, ਤੁਸੀਂ ਬੜੇ ਸੋਹਣੇ ਤਰੀਕੇ ਨਾਲ ਵਿਸਥਾਰ ਦੇ ਵਿੱਚ ਸਾਰੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ।